ਕੈਨੇਡਾ ਵਿੱਚ ਸਿੱਖ ਆਗੂ ਰਿਪੂ ਦਮਨ ਸਿੰਘ ਮਲਿਕ ਦਾ ਗੋਲੀਆਂ ਮਾਰ ਕੇ ਕਤਲ। ਅਣਪਛਾਤੇ ਹਮਲਾਵਰ ਨੇ ਦਫ਼ਤਰ ਦੇ ਬਾਹਰ ਮਲਿਕ ਤੇ ਕੀਤੀ ਫਾਇਰਿੰਗ। ਕੈਨੇਡਾ ਪੁਲਿਸ ਨੇ ਟਾਰਗੇਟ ਕਿਲਿੰਗ ਦਾ ਜਤਾਇਆ ਸ਼ੱਕ। ਗੈਂਗਸਟਰ ਗੋਲਡੀ ਬਰਾੜ ਨੇ ਨਿਊਜ਼ 18 ਤੇ ਕੀਤੇ ਵੱਡੇ ਖੁਲਾਸੇ। ਸਿੱਧੂ ਮੂਸੇਵਾਲਾ ਕਤਲ ਕੇਸ ਦਾ ਕੀਤਾ ਪਰਦਾਫਾਸ਼। ਕਤਲ ਦੇ ਪਿੱਛੇ ਦੀ ਦੱਸੀ ਵਜ੍ਹਾ। ਨਿਊਜ਼ 18 ਤੇ ਵੇਖੋ ਪੂਰਾ ਖੁਲਾਸਾ। ਸ਼ਾਰਪ ਸ਼ੂਟਰ ਅੰਕਿਤ ਸਿਰਸਾ ਤੇ ਸਚਿਨ ਨੂੰ ਅੱਜ ਮਾਨਸਾ ਕੋਰਟ ਦੇ ਵਿੱਚ ਕੀਤਾ ਜਾਏਗਾ ਪੇਸ਼। ਮੂਸੇਵਾਲਾ ਕਤਲकांड ਦੇ ਵਿੱਚ ਪੁੱਛਗਿੱਛ ਦੇ ਲਈ ਰਿਮਾਂਡ ਹਾਸਲ ਕਰੇਗੀ ਪੁਲਿਸ। ਕੱਲ ਦਿੱਲੀ ਤੋਂ ਲਿਆਂਦਾ ਗਿਆ ਮਾਨਸਾ। ਡੀਜੀਪੀ ਗੌਰਵ ਯਾਦਵ ਨੇ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਕੀਤੀ ਮੁਲਾਕਾਤ। ਮੂਸਾ ਪਿੰਡ ਪਹੁੰਚ ਕੇ ਹੁਣ ਤੱਕ ਦੀ ਜਾਂਚ ਦੇ ਬਾਰੇ ਕੀਤੀ ਚਰਚਾ। ਇਨਸਾਫ ਦਿਵਾਉਣ ਦਾ ਦਿੱਤਾ ਭਰੋਸਾ। ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਵੱਡਾ ਬਿਆਨ। ਕਿਹਾ ਹਰਿਆਣਾ ਵਾਲੇ ਲੋਕ ਪੰਜਾਬ ਆ ਕੇ ਕਰਦੇ ਨੇ ਗੈਂਗਵਾਰ। ਹਰਿਆਣਾ ਤੋਂ ਆਉਂਦੇ ਨੇ ਗੈਂਗਸਟਰ। ਪਟਿਆਲਾ ਦੀ ਜੇਲ੍ਹ ਦੇ ਵਿੱਚ ਗਏ ਪੰਜਾਬੀ ਗਾਇਕ ਦਲੇਰ ਮਹਿੰਦੀ। ਕਬੂਤਰਬਾਜ਼ੀ ਦੇ ਮਾਮਲੇ ਦੇ ਵਿੱਚ ਪਟਿਆਲਾ ਅਦਾਲਤ ਨੇ ਬਰਕਰਾਰ ਰੱਖੀ 2 ਸਾਲ ਦੀ ਸਜ਼ਾ। ਪੇਸ਼ੀ ਤੇ ਆਏ ਦਲੇਰ ਮਹਿੰਦੀ ਨੂੰ ਮੌਕੇ ਤੇ ਹਿਰਾਸਤ ਦੇ ਵਿੱਚ ਲੈਣ ਦੇ ਹੁਕਮ। ਸ਼੍ਰੋਮਣੀ ਅਕਾਲੀ ਦਲ 'ਚ ਹੋਣਗੇ ਵੱਡੇ ਬਦਲਾਅ। ਨਿਊਜ਼ 18 ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ। ਕਿਹਾ ਭੂੰਦੜ ਕਮੇਟੀ ਦੀ ਰਿਪੋਰਟ ਤੋਂ ਬਾਅਦ ਹੋਏਗਾ ਫੈਸਲਾ। ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ ਪਾਰਟੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ। ਆਲ ਇੰਡੀਆ ਕਿਸਾਨ ਕਾਂਗਰਸ ਦਾ ਚੇਅਰਮੈਨ ਕੀਤਾ ਨਿਯੁਕਤ। ਖਹਿਰਾ ਨੇ ਹਾਈ ਕਮਾਨ ਦਾ ਕੀਤਾ ਧੰਨਵਾਦ। ਵਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਅੱਜ ਅਹਿਮ ਸੁਣਵਾਈ। ਅਦਾਲਤ ਦੀ ਡਬਲ ਬੈਂਚ ਦੇ ਕੋਲ ਪਾਈ ਹੈ ਪਟੀਸ਼ਨ। ਡਰੱਗ ਕੇਸ ਦੇ ਵਿੱਚ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਮਜੀਠੀਆ। ਮੂਸੇਵਾਲਾ ਤੇ ਕੰਵਰ ਗਰੇਵਾਲ ਦੇ ਗਾਣਿਆਂ ਤੇ ਲੱਗੀ ਰੋਕ ਦੇ ਖਿਲਾਫ ਅਕਾਲੀ ਦਲ ਨੇ ਖੋਲਿਆ ਮੋਰਚਾ। ਅੱਜ ਪੰਜਾਬ ਭਰ ਦੇ ਵਿੱਚ ਕੀਤੇ ਜਾਣਗੇ ਟਰੈਕਟਰ ਮਾਰਚ। YouTube ਤੋਂ ਹਟਾਇਆ ਗਿਆ SYL ਤੇ ਰਿਹਾਈ ਗਾਣਾ। ਹੁਣ ਕਪੂਰਥਲਾ ਦੇ ਵਿੱਚ ਤੇਜ਼ ਮੀਂਹ ਦੇ ਵਿੱਚ ਬਣਾਈ ਜਾ ਰਹੀ ਹੈ ਸੜਕ। CM ਨੂੰ ਸ਼ਿਕਾਇਤ ਕਰਨ ਤੇ PWD ਵਿਭਾਗ ਨੇ ਲਿਆ ਐਕਸ਼ਨ। ਬਾਰਿਸ਼ ਦੇ ਵਿੱਚ ਬਣੀ ਸੜਕ ਨੂੰ ਪੱਟਿਆ। मेरा नाम गोल्डी बराड़ है। ਸਤਿ ਸ਼੍ਰੀ ਅਕਾਲ। ਸਮੇਂ ਦੇ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਵੱਡੇ ਖੁਲਾਸੇ ਇਸ ਬੁਲੇਟਿਨ ਦੇ ਵਿੱਚ ਹੋਣਗੇ, ਇਸ ਖਾਸ ਪੇਸ਼ਕਸ਼ ਦੇ ਵਿੱਚ ਹੋਣਗੇ, ਕਿਉਂਕਿ ਨਿਊਜ਼ 18 ਤੇ ਪਹਿਲੀ ਵਾਰ ਇੱਕ ਕਬੂਲਨਾਮਾ ਗੈਂਗਸਟਰ ਗੋਲਡੀ ਬਰਾੜ ਦਾ ਸਾਹਮਣੇ ਆਇਆ। ਆਪਣੀ ਜ਼ੁਬਾਨੀ ਵੱਡੇ ਖੁਲਾਸੇ ਉਸ ਦੇ ਵੱਲੋਂ ਕੀਤੇ ਗਏ ਨੇ। ਦੱਸਿਆ ਗਿਆ ਕਿ ਆਖਰਕਾਰ ਕਿਉਂ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਗਿਆ ਕਿ ਆਖਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਲੈ ਕੇ ਅੱਗੇ ਦੀ ਕੀ ਪਲੈਨਿੰਗ ਹੋ ਸਕਦੀ ਹੈ। ਵੀ ਦੱਸਿਆ ਗਿਆ ਕਿ ਕਤਲ ਦੇ ਵੇਲੇ ਸਾਨੂੰ ਉਸ ਵੇਲੇ ਉਸ ਤੋਂ ਪਹਿਲਾਂ 2 ਕਰੋੜ ਤੱਕ ਦਾ ਆਫਰ ਆਇਆ ਸੀ ਤੇ ਹੋਰ ਵੀ ਬਹੁਤ ਸਾਰੇ ਵੱਡੇ ਖੁਲਾਸੇ ਨੇ। ਇੱਕ ਇੱਕ ਕਰਕੇ ਤੁਹਾਡੇ ਤੱਕ ਇਹ ਸਾਰੇ ਖੁਲਾਸੇ ਪਹੁੰਚਾਏ ਜਾਣਗੇ। ਸੋ ਸ਼ੁਰੂਆਤ ਦੇ ਵਿੱਚ ਹੀ ਦਰਸ਼ਕਾਂ ਨੂੰ ਦੱਸ ਦਈਏ ਕਿ ਬਣੇ ਰਹੋ। ਲਗਾਤਾਰ ਇੱਕ ਤੋਂ ਬਾਅਦ ਇੱਕ ਖੁਲਾਸੇ ਹੋਣਗੇ। ਸੋ ਨਿਊਜ਼ 18 ਦੇ ਗੋਲਡੀ ਬਰਾੜ ਨੇ ਰਾਜ਼ ਖੋਲੇ ਨੇ। ਮੂਸੇਵਾਲਾ ਕਤਲ ਕੇਸ ਦੇ ਵਿੱਚ ਗੋਲਡੀ ਬਰਾੜ ਦੇ ਵੱਲੋਂ ਇਹ ਰਾਜ਼ ਖੋਲੇ ਗਏ ਨੇ। ਮੂਸੇਵਾਲਾ ਤੋਂ ਕਿਉਂ ਖਾਰ ਖਾਂਦਾ ਸੀ ਗੋਲਡੀ ਬਰਾੜ, ਇਹ ਵੱਡਾ ਖੁਲਾਸਾ ਉਸ ਦੀ ਜ਼ੁਬਾਨੀ ਖੁਦ ਨਿਊਜ਼ 18 ਤੇ ਕੀਤਾ ਗਿਆ। ਮੂਸੇਵਾਲਾ ਨੇ ਗੋਲਡੀ ਬਰਾੜ ਨੂੰ ਲੈ ਕੇ ਇਹ ਖਾਸ ਤੌਰ ਤੇ ਕਿਉਂ ਕਤਲ ਹੋਇਆ, ਗੋਲਡੀ ਬਰਾੜ ਦੇ ਵੱਲੋਂ ਖੁਲਾਸੇ ਕੀਤੇ ਗਏ ਔਰ ਇੱਕ ਤੋਂ ਬਾਅਦ ਇੱਕ ਇਹ ਖੁਲਾਸੇ ਕੀਤੇ ਜਾਣਗੇ। ਨਿਊਜ਼ 18 ਤੇ ਇਹ ਖੁਲਾਸੇ ਖੁਦ ਆਪਣੀ ਜ਼ੁਬਾਨੀ ਗੋਲਡੀ ਬਰਾੜ ਨੇ ਕੀਤੇ ਨੇ। ਮੂਸੇਵਾਲਾ ਕਤਲ ਦੇ ਪਿੱਛੇ ਦੀ ਵਜ੍ਹਾ ਦੱਸੀ ਹੈ। ਮੂਸੇਵਾਲਾ ਤੋਂ ਕਿਉਂ ਖਾਰ ਖਾਈ ਜਾਂਦੀ ਸੀ ਇਹ ਵੀ ਦੱਸਿਆ ਗਿਆ। ਕਿਉਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਕਿ ਪੈਸੇ ਲਏ ਗਏ ਨੇ ਜਾਂ ਫਿਰ ਨਹੀਂ ਲਏ ਗਏ। ਮੂਸੇਵਾਲਾ ਨੇ ਗੋਲਡੀ ਬਰਾੜ ਨੂੰ ਆਫਰ ਦਿੱਤਾ ਸੀ, ਇਸ ਦੇ ਬਾਬਤ ਹੀ ਇਹ ਵੱਡਾ ਖੁਲਾਸਾ ਹੋਇਆ। ਇਹ ਵੱਡਾ ਖੁਲਾਸਾ ਕੀਤਾ ਗਿਆ। ਸੋ ਸਿਲਸਿਲੇਵਾਰ ਇਹ ਤਰੀਕੇ ਦੇ ਨਾਲ ਪੂਰਾ ਖੁਲਾਸਾ ਕਰਾਂਗੇ। ਇੱਕ ਤੋਂ ਬਾਅਦ ਇੱਕ ਪੁਆਇੰਟ ਦਾ ਜ਼ਿਕਰ ਕਰਾਂਗੇ। ਮੂਸੇਵਾਲਾ ਕਤਲ ਤੋਂ ਲੈ ਕੇ ਹੋਰ ਵੀ ਬਹੁਤ ਵੱਡੇ ਖੁਲਾਸੇ ਗੋਲਡੀ ਬਰਾੜ ਕਰਦਾ ਹੋਇਆ ਆਪਣੀ ਗੱਲਬਾਤ ਦੇ ਵਿੱਚ ਨਜ਼ਰ ਆਇਆ ਔਰ ਟੀਵੀ ਤੇ ਪਹਿਲੀ ਵਾਰ ਉਸਨੇ ਖੁਲਾਸੇ ਕੀਤੇ ਨੇ। ਗੋਲਡੀ ਬਰਾੜ ਜਿਸ ਦਾ ਜ਼ਿਕਰ ਬਾਰ-ਬਾਰ ਹੋ ਰਿਹਾ। ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਨ ਵਾਲਾ ਗੋਲਡੀ ਬਰਾੜ ਇੱਕ ਤੋਂ ਬਾਅਦ ਇੱਕ ਖੁਲਾਸੇ ਕਰਦਾ ਹੋਇਆ ਖਾਸ ਤੌਰ ਤੇ ਨਜ਼ਰ ਆਇਆ ਨਿਊਜ਼ 18 ਤੇ ਔਰ ਨਿਊਜ਼ 18 ਤੇ ਹੀ ਸਿਰਫ ਕਿਉਂਕਿ ਲਗਾਤਾਰ ਬਣੇ ਰਹੋ। ਸ਼ੁਰੂਆਤ ਦੇ ਵਿੱਚ ਹੀ ਦੱਸ ਦਈਏ ਲਗਾਤਾਰ ਬਣੇ ਰਹੋ। ਇੱਕ ਤੋਂ ਬਾਅਦ ਇੱਕ ਖੁਲਾਸੇ ਜਿਹੜੇ ਨੇ ਉਹ ਗੋਲਡੀ ਬਰਾੜ ਦੀ ਜ਼ੁਬਾਨੀ ਤੁਹਾਨੂੰ ਸੁਣਾਵਾਂਗੇ ਔਰ ਜ਼ਿਕਰ ਖੁਦ ਗੋਲਡੀ ਬਰਾੜ ਕਰ ਰਿਹਾ। ਸ਼ੁਰੂਆਤ ਦੇ ਵਿੱਚ ਆਪਣਾ ਨਾਂ ਲੈਂਦਾ ਹੈ, ਹਾਲਾਂਕਿ ਉਸ ਦੇ ਵੱਲੋਂ ਆਪਣਾ ਚਿਹਰਾ ਲੁਕਾਇਆ ਗਿਆ। ਉਸ ਦੇ ਵੱਲੋਂ ਆਪਣੀ ਪਛਾਣ ਕਹਿ ਸਕਦੇ ਆ ਕਿ ਕੈਮਰੇ ਦੇ ਅੱਗੇ ਲੁਕਾਈ ਗਈ ਹੈ, ਪਰ ਨਾ ਸ਼ੁਰੂਆਤ ਦੇ ਵਿੱਚ ਜ਼ਰੂਰ ਲੈ ਰਿਹਾ, ਨਾ ਸ਼ੁਰੂਆਤ ਦੇ ਵਿੱਚ ਜ਼ਰੂਰ ਲਿਆ ਜਾ ਰਿਹਾ ਤੇ ਇੱਕ ਤੋਂ ਬਾਅਦ ਇੱਕ ਖੁਲਾਸੇ।
तो न्यूज़ 18 ਤੇ ਗੋਲਡੀ ਬਰਾੜ ਦਾ ਕਬੂਲਨਾਮਾ ਸਾਹਮਣੇ ਆਇਆ। ਮੂਸੇਵਾਲਾ ਕਤਲ ਕੇਸ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਕਬੂਲਨਾਮਾ, ਯਾਨੀ ਕਿ ਖੁਦ ਆਪਣੀ ਜ਼ੁਬਾਨੀ ਦੱਸਿਆ ਗਿਆ ਕਿ 29 ਤਰੀਕ ਦੀ ਸ਼ਾਮ ਨੂੰ ਜਿਹੜਾ ਕਤਲ ਕੀਤਾ ਗਿਆ ਉਹ ਕਿਸ ਦੇ ਵੱਲੋਂ ਕਰਾਇਆ ਗਿਆ ਔਰ ਕਿਉਂ ਕਰਾਇਆ ਗਿਆ, ਉਸ ਦੇ ਪਿੱਛੇ ਵੱਡੀ ਵਜ੍ਹਾ ਕੀ ਸੀ। ਕਿਉਂਕਿ ਸਿੱਧੂ ਮੂਸੇਵਾਲਾ ਦਾ ਜਿਸ ਵੇਲੇ ਤੋਂ ਕਤਲ ਹੋਇਆ ਤਾਂ ਉਸ ਵੇਲੇ ਤੋਂ ਲਗਾਤਾਰ ਚਰਚਾ ਵੀ ਹੋ ਰਹੀ ਹੈ। ਖਾਸ ਤੌਰ ਤੇ ਜ਼ਿਕਰ ਕੀਤਾ ਜਾਵੇ ਤਾਂ ਉਸ ਨੂੰ ਲੈ ਕੇ ਹਰ ਪਾਸੇ ਕਿਰਕਿਰੀ ਵੀ ਹੈ। ਸੋ ਉਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਕਲੈਰੀਫਿਕੇਸ਼ਨ ਇਸ ਨੂੰ ਮੰਨਿਆ ਜਾ ਸਕਦਾ ਹੈ ਜਾਂ ਫਿਰ ਆਪਣਾ ਪੱਖ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਲਗਾਤਾਰ ਉਸ ਵੇਲੇ ਤੋਂ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਤੇ ਉਹਨਾਂ ਦੇ ਗੁਰਗੇ ਚਰਚਾ ਦੇ ਵਿੱਚ ਨੇ। ਤਾਂ ਹੁਣੇ ਵੱਡਾ ਖੁਲਾਸਾ ਕੀਤਾ ਗਿਆ ਔਰ ਕਤਲ ਦੀ ਅਸਲੀ ਵਜ੍ਹਾ ਵੀ ਦੱਸੀ ਗਈ ਹੈ ਕਿ ਕਿਉਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਂ ਦਬਾਇਆ ਗਿਆ। ਸੋ ਅਸੀਂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ, ਯਾਨੀ ਕਿ ਜੋ ਸ਼ੁਰੂਆਤ ਦੇ ਵਿੱਚ ਪੋਸਟ ਪਾਈ ਗਈ ਸੀ ਉਸ ਤੇ ਅਜੇ ਵੀ ਬਰਕਰਾਰ ਹੈ। ਗੋਲਡੀ ਬਰਾੜ ਅਜੇ ਵੀ ਉਸ ਤੇ ਪਹਿਰਾ ਦਿੰਦੇ ਕਹਿ ਸਕਦੇ ਆ ਜਾਂ ਫਿਰ ਆਪਣੀ ਸਟੇਟਮੈਂਟ ਤੇ ਪੱਕੇ ਇਸ ਵੇਲੇ ਵੀ ਨਜ਼ਰ ਆਏ। ਔਰ ਦੁਬਾਰਾ ਤੋਂ ਗੱਲ ਦੁਹਰਾਈ ਗਈ ਹੈ ਕਿ ਅਸੀਂ ਜ਼ਿੰਮੇਵਾਰੀ ਹੁਣ ਵੀ ਲੈਂਦੇ ਹਾਂ। ਮੂਸੇਵਾਲਾ ਦੇ ਕਤਲ ਦਾ ਕੋਈ ਅਫਸੋਸ ਨਹੀਂ ਹੈ, ਇਸ ਦਾ ਵੀ ਜ਼ਿਕਰ ਕੀਤਾ ਗਿਆ। ਸਿੱਧੂ ਸਾਡੇ ਭਰਾਵਾਂ ਦੇ ਨੁਕਸਾਨ ਦਾ ਜ਼ਿੰਮੇਵਾਰ ਸੀ, ਇਸ ਦਾ ਵੀ ਜ਼ਿਕਰ ਕੀਤਾ ਗਿਆ। ਇਹ ਸ਼ੁਰੂਆਤ ਦਾ ਤੁਹਾਨੂੰ ਜੇਕਰ ਉਸ ਕਬੂਲਨਾਮੇ ਦੀ ਗੱਲ ਕਰੀਏ ਤਾਂ ਦੱਸ ਰਹੇ ਹਾਂ ਸ਼ੁਰੂਆਤ ਦੇ ਵਿੱਚ ਕੀ ਕੁਝ ਕਿਹਾ ਜਾਂਦਾ ਹੈ ਔਰ ਥੋੜੀ ਦੇਰ ਦੇ ਵਿੱਚ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਹੋਰ ਪੂਰਾ ਖੁਲਾਸਾ ਕੀ ਕੀਤਾ ਜਾਂਦਾ ਹੈ। ਸੋ ਕੈਮਰੇ ਦੇ ਅੱਗੇ ਗੋਲਡੀ ਬਰਾੜ ਖੁਦ ਇਹ ਖੁਲਾਸਾ ਕਰੇਗਾ। ਸਿੱਧੂ ਮੂਸੇਵਾਲੇ ਵਾਲੇ ਕੇਸ ਦੇ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਵੀ ਇਹ ਚੀਜ਼ ਦੀ ਜ਼ਿੰਮੇਵਾਰੀ ਲਈ ਸੀ, ਹੁਣ ਵੀ ਜ਼ਿੰਮੇਵਾਰੀ ਲੈਂਦੇ ਆ ਕਿ ਇਹ ਕੰਮ ਅਸੀਂ ਕਰਾਇਆ ਸੀ। ਸਾਨੂੰ ਇਹ ਚੀਜ਼ ਤੇ ਕੋਈ ਰੀਗਰੈਟ ਨਹੀਂ, ਕੋਈ ਅਫਸੋਸ ਨਹੀਂ। ਸਮੇਂ ਦੀ ਇਹੀ ਮੰਗ ਸੀ, ਖੁਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ ਦੋ ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਸੋ ਕੀ ਸਿੱਧੂ ਮੂਸੇਵਾਲਾ ਨੇ ਗੋਲਡੀ ਬਰਾੜ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਡੀਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਕੀ ਮੂਸੇਵਾਲਾ ਨੇ ਗੈਂਗਸਟਰਾਂ ਨੂੰ ਕਰੋੜਾਂ ਦਾ ਆਫਰ ਦਿੱਤਾ ਸੀ? ਇਹ ਵੀ ਤੁਹਾਨੂੰ ਵਿਖਾਵਾਂਗੇ ਕਿ ਆਖਰ ਗੋਲਡੀ ਬਰਾੜ ਨੇ ਇਸ ਸਭ ਤੇ ਕੀ ਖੁਲਾਸੇ ਕੀਤੇ ਨੇ। ਸਿਲਸਿਲੇਵਾਰ ਤਰੀਕੇ ਦੇ ਨਾਲ ਸਭ ਵਿਖਾਵਾਂਗੇ ਔਰ ਗੈਂਗਸਟਰ ਦੇ ਇੱਕ ਤੋਂ ਬਾਅਦ ਇੱਕ ਖੁਲਾਸੇ ਜਿਹੜੇ ਨੇ ਉਹ ਤੁਹਾਨੂੰ ਦਿਖਾਏ ਜਾਣਗੇ। ਸਭ ਤੋਂ ਪਹਿਲਾਂ ਗੋਲਡੀ ਬਰਾੜ ਦਾ ਇਹ ਕਤਲ ਤੇ ਕਬੂਲਨਾਮਾ ਵੇਖਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਗੋਲਡੀ ਬਰਾੜ ਹੈ ਜੀ, ਸਤਿੰਦਰਜੀਤ ਸਿੰਘ ਗੋਲਡੀ ਬਰਾੜ। ਮੈਂ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ। ਤੁਸੀਂ ਸਾਰੇ ਮੈਨੂੰ ਜਾਣਦੇ ਹੀ ਹੋ। ਪਿਛਲੇ ਕੁਝ ਸਮੇਂ ਜੋ ਤੁਸੀਂ ਮੇਰਾ ਨਾਮ ਖਬਰਾਂ 'ਚ ਸੁਣ ਰਹੇ ਹੋਵੋਗੇ। ਹੁਣ ਰੀਸੈਂਟਲੀ ਮੇਰਾ ਨਾਮ ਸਿੱਧੂ ਮੂਸੇਵਾਲੇ ਵਾਲੇ ਕੇਸ ਦੇ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਵੀ ਇਹ ਚੀਜ਼ ਦੀ ਜ਼ਿੰਮੇਵਾਰੀ ਲਈ ਸੀ, ਹੁਣ ਵੀ ਜ਼ਿੰਮੇਵਾਰੀ ਲੈਂਦੇ ਹਾਂ ਕਿ ਇਹ ਕੰਮ ਅਸੀਂ ਕਰਾਇਆ ਸੀ। ਸਾਨੂੰ ਇਹ ਚੀਜ਼ ਤੇ ਕੋਈ ਰੀਗਰੈਟ ਨਹੀਂ, ਕੋਈ ਅਫਸੋਸ ਨਹੀਂ। ਸਮੇਂ ਦੀ ਇਹੀ ਮੰਗ ਸੀ। ਨਾ ਮੈਂ ਕੋਈ ਆਪਦਾ ਇੱਥੇ ਪੱਖ ਦੇਣ ਦੀ ਗੱਲ ਕਰਨ ਆਇਆ ਵੀ ਅਸੀਂ ਬਹੁਤ ਚੰਗੇ ਹਾਂ, ਠੀਕ ਹੈ ਜੀ, ਵੀ ਅਸੀਂ ਜਾਇਜ਼ ਕੀਤਾ ਨਜਾਇਜ਼ ਕੀਤਾ। ਉਹ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਆਪੇ ਗਾਂ ਦੀਆਂ ਸਮਾਂ ਸਮਰੱਥ ਹੈ। ਸਮੇਂ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਮੂਹਰੇ ਆਉਂਦੀਆਂ ਰਹਿਣੀਆਂ। ਇਹ ਚੀਜ਼ਾਂ ਕਹੇ ਤੇ ਜਾਂ ਸੁਣੇ ਤੇ ਯਕੀਨ ਨਹੀਂ ਆਉਣੀਆਂ ਤੁਹਾਨੂੰ, ਪਰ ਸਮੇਂ ਨਾਲ ਗੱਲਾਂ ਲੁਕੀਆਂ ਨਹੀਂ ਰਹਿਣੀਆਂ। ਹੌਲੀ ਹੌਲੀ ਅਸੀਂ ਜ਼ੋਰ ਮਾਰਦੇ ਰਹਾਂਗੇ ਵੀ ਗੱਲਾਂ ਮੂਹਰੇ ਆਉਣ ਤੇ ਕਿਤੇ ਨਾ ਕਿਤੇ ਜ਼ਰੂਰ ਆਉਣਗੀਆਂ। ਸਾਨੂੰ ਇਹ ਚੀਜ਼ ਦੀ ਪੂਰੀ ਉਮੀਦ ਹੈ। ਸਿੱਧੂ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ ਦੋ ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ। ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ,
ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਹੈ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਇਹਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਸੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ। ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ। ਤੁਹਾਡਾ ਬੇਕਸੂਰ ਭਰਾ ਜੇਲ੍ਹ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ। ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ। ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ। ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਉਹ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ,
ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਸ ਤੋਂ ਬਾਅਦ 'ਚ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦੇ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਮੇਰਾ ਨਾਮ ਗੋਲਡੀ ਬਰਾੜ ਹੈ। ਸੋ ਇੱਕ ਤੋਂ ਬਾਅਦ ਇੱਕ ਖੁਲਾਸੇ, ਖਾਸ ਤੌਰ ਤੇ ਜੇਕਰ ਇਸ ਗੋਲਡੀ ਬਰਾੜ ਉਹਨਾਂ ਦੇ ਇੱਕ ਕਬੂਲਨਾਮੇ ਦੀ ਗੱਲ ਕਰਦੇ ਆ ਤਾਂ ਇਸ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਗੋਲਡੀ ਬਰਾੜ ਨੇ ਕਿ ਆਖਰਕਾਰ ਕਤਲ ਕਿਉਂ ਹੋਇਆ, ਔਰ ਜੇਕਰ ਹੁਣ ਸਾਰੇ ਦੁੱਖ ਮਨਾ ਰਹੇ ਨੇ, ਪੰਜਾਬ ਤੋਂ ਲੈ ਕੇ ਦੁਨੀਆ ਦੇ ਵਿੱਚ ਪੂਰਾ ਦੁੱਖ ਮਨਾਇਆ ਜਾ ਰਿਹਾ ਤਾਂ ਉਸ ਦੇ ਪਿੱਛੇ ਕਿਰਦਾਰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਗੋਲਡੀ ਬਰਾੜ ਨੇ ਕਿ ਸਿੱਧੂ ਮੂਸੇਵਾਲਾ ਕੌਣ ਸੀ ਔਰ ਕਿਸ ਦੇ ਵਿੱਚ ਇਨਵੋਲਵਮੈਂਟ ਸੀ। ਜੇਕਰ ਸ਼ਹੀਦਾਂ ਦਾ ਸਿੱਖ ਸ਼ਹੀਦਾਂ ਦਾ ਦਰਜਾ ਦਿੱਤਾ ਜਾ ਰਿਹਾ ਹੈ ਉਸ ਨੂੰ ਵੀ ਗਲਤ ਕਰਾਰ ਦਿੱਤਾ ਗਿਆ, ਯਾਨੀ ਕਿ ਜੋ ਵੀ 29 ਤਰੀਕ ਤੋਂ ਲੈ ਕੇ ਹੁਣ ਤੱਕ ਵਾਪਰਿਆ ਉਹ ਸਾਰਾ ਕੁਝ ਵੇਖਿਆ ਜਾ ਰਿਹਾ, ਪੂਰੀ ਤਰ੍ਹਾਂ ਦੇ ਨਾਲ ਖੰਗਾਲਿਆ ਜਾ ਰਿਹਾ। ਉਸ ਤੋਂ ਬਾਅਦ ਨਿਊਜ਼ 18 ਤੇ ਆ ਕੇ ਇਹ ਜੇਕਰ ਕਬੂਲਨਾਮਾ ਕੀਤਾ ਜਾ ਰਿਹਾ ਤੇ ਇਸ ਦੇ ਪਿੱਛੇ ਵੀ ਕਿਤੇ ਨਾ ਕਿਤੇ ਇੱਕ ਵੱਡੀ ਵਜ੍ਹਾ ਹੈ ਔਰ ਉਸ ਨੂੰ ਦਰਸਾਇਆ ਜਾ ਰਿਹਾ, ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਆਖਰਕਾਰ ਅਸੀਂ ਕਤਲ ਕਿਉਂ ਕੀਤਾ। ਔਰ ਉਸ ਤੋਂ ਬਾਅਦ ਹੁਣ ਜੋ ਇਮੇਜ ਬਣੀ ਹੋਈ ਹੈ ਇਸ ਦੇ ਵਿੱਚ ਇਹ ਵੀ ਗੋਲਡੀ ਬਰਾੜ ਜ਼ਿਕਰ ਕਰ ਰਿਹਾ ਕਿ ਆਖਰਕਾਰ ਅਸੀਂ ਇਹ ਆਪਣੇ ਆਪ ਨੂੰ ਸੱਚਾ ਸਾਬਿਤ ਨਹੀਂ ਕਰਨਾ ਚਾਹੁੰਦੇ, ਅਸੀਂ ਇਹ ਨਹੀਂ ਦੱਸਣਾ ਚਾਹੁੰਦੇ ਕਿ ਅਸੀਂ ਬਹੁਤ ਚੰਗੇ ਆ, ਅਸੀਂ ਮਾੜੇ ਹੀ ਠੀਕ ਆ। ਇਸ ਦੇ ਵਿੱਚ ਉਹ ਵੀ ਜ਼ਿਕਰ ਕੀਤਾ ਗੋਲਡੀ ਬਰਾੜ ਨੇ ਔਰ ਇਹ ਵੀ ਕਿਹਾ ਕਿ ਆਖਰਕਾਰ ਜੇਕਰ ਇਹ ਕਤਲ ਹੋਇਆ ਤਾਂ ਕਿਉਂ ਕੀਤਾ ਗਿਆ, ਕਿਹੜੇ ਲੋਕਾਂ ਨਾਲ ਉੱਠਣਾ ਬਹਿਣਾ ਸੀ, ਕਿਹੜੇ ਲੋਕਾਂ ਨਾਲ ਸਿੱਧੂ ਮੂਸੇਵਾਲਾ ਖਾਂਦਾ ਪੀਂਦਾ ਸੀ। ਸੋ ਇਹ ਸਾਰਾ ਜ਼ਿਕਰ ਹੋ ਰਿਹਾ ਹੈ। ਇੱਕ ਤੋਂ ਬਾਅਦ ਇੱਕ ਖੁਲਾਸੇ ਕਰਾਂਗੇ। ਹਲੇ ਪਹਿਲਾ ਪਾਰਟ ਕਹਿ ਲਈਏ, ਪਹਿਲਾ ਖਾਸ ਤੌਰ ਤੇ ਸ਼ੁਰੂਆਤ ਦੇ ਵਿੱਚ ਜੋ ਇਹ ਗੱਲਬਾਤ ਕਬੂਲਨਾਮਾ ਹੈ ਉਸ ਨੂੰ ਅਸੀਂ ਕਹਿ ਲਈਏ। ਸੋ ਇਸ ਤੋਂ ਬਾਅਦ ਬਹੁਤ ਵੱਡੀ ਅਜੇ ਲੰਮੀ ਕਹਾਣੀ, ਬਹੁਤ ਵੱਡੇ ਅਜੇ ਲੰਮੇ ਕਬੂਲਨਾਮੇ ਇਸ ਦੇ ਵਿੱਚ ਬਾਕੀ ਨੇ, ਉਹ ਵੀ ਤੁਹਾਨੂੰ ਵਿਖਾਣੇ ਆ, ਪਰ ਲਗਾਤਾਰ ਇਸ ਤੇ ਜ਼ਰੂਰ ਨਜ਼ਰ ਹੈ। ਔਰ ਖਾਸ ਤੌਰ ਤੇ ਵੱਡੇ ਕਬੂਲਨਾਮੇ ਗੋਲਡੀ ਬਰਾੜ ਦੇ ਵੱਲੋਂ ਕੀਤੇ ਗਏ ਨੇ ਕਿ ਜਿਸ ਤਰ੍ਹਾਂ ਦੇ ਨਾਲ ਸਾਡੇ ਭਰਾ ਦਾ ਨੁਕਸਾਨ ਹੋਇਆ ਅਸੀਂ ਜ਼ਿੰਮੇਵਾਰੀ ਲੈਣੇ ਆ। ਸ਼ੁਰੂਆਤ ਤੋਂ ਅਸੀਂ ਜ਼ਿਕਰ ਕਰਾਂਗੇ ਕਬੂਲਨਾਮੇ ਦਾ। ਗੋਲਡੀ ਬਰਾੜ ਆਖਿਰਕਾਰ ਕਹਿਣਾ ਕੀ ਚਾਹੁੰਦਾ ਹੈ, ਆਖਿਰਕਾਰ ਜੇ ਨਿਊਜ਼ 18 ਤੇ ਆ ਕੇ ਉਸਨੇ ਕਬੂਲਨਾਮਾ ਕੀਤਾ, ਉਸਦੇ ਵੱਲੋਂ ਦੱਸਿਆ ਕੀ ਜਾ ਰਿਹਾ ਹੈ ਔਰ ਦੱਸਣ ਦੀ ਕੋਸ਼ਿਸ਼ ਕੀ ਕੀਤੀ ਜਾ ਰਹੀ ਹੈ। ਇਹ ਬੇਹੱਦ ਹੀ ਅਹਿਮ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਸ ਵੇਲੇ ਸ਼ੁਰੂਆਤ ਦੇ ਵਿੱਚ ਬੋਲਿਆ ਜਾਂਦਾ ਕਿ ਮੈਂ ਗੋਲਡੀ ਬਰਾੜ ਬੋਲ ਰਿਹਾ, ਉਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਆਖਿਰਕਾਰ ਇਹ ਵੀਡੀਓ ਬਣਾਉਣ ਦਾ ਮਕਸਦ ਕੀ ਹੈ। ਆਖਿਰਕਾਰ ਇਹ ਵੀਡੀਓ ਦੇ ਵਿੱਚ ਤੁਹਾਨੂੰ ਜੇਕਰ ਮੈਂ ਕਬੂਲ ਕਰਕੇ ਦੱਸ ਰਿਹਾ ਉਸ ਦਾ ਮਕਸਦ ਕੀ ਹੈ, ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਆਖਿਰਕਾਰ ਜੇਕਰ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਤਾਂ ਸਾਡੇ ਭਰਾਵਾਂ ਦੇ ਨੁਕਸਾਨ ਦੀ ਵਜ੍ਹਾ ਸੀ ਸਿੱਧੂ ਮੂਸੇਵਾਲਾ, ਜਿਸ ਦਾ ਜ਼ਿਕਰ ਲਗਾਤਾਰ ਹੋ ਰਿਹਾ ਹੈ, ਜਿਸ ਦਾ ਜ਼ਿਕਰ ਲਾਰੈਂਸ ਬਿਸ਼ਨੋਈ ਦੇ ਵੱਲੋਂ ਆਪਣੇ ਰਿਮਾਂਡ ਦੇ ਦੌਰਾਨ ਵੀ ਕੀਤਾ ਜਾ ਰਿਹਾ। ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਦੀ ਰਿਮਾਂਡ ਤੇ ਹੈ, ਪਰ ਗੋਲਡੀ ਬਰਾੜ ਇਸ ਵੇਲੇ ਮੋਸਟ ਵਾਂਟਡ ਹੈ, ਕੈਨੇਡਾ ਦੇ ਵਿੱਚ ਬੈਠਾ ਹੋਇਆ ਹੈ ਔਰ ਕੈਨੇਡਾ ਦੇ ਵਿੱਚ ਬੈਠੇ ਹੋਏ ਗੋਲਡੀ ਬਰਾੜ ਦਾ ਇੱਕ ਕਬੂਲਨਾਮਾ ਨਿਊਜ਼ 18 ਤੇ। ਸੋ ਵੱਡੀ ਖਬਰ ਇਸ ਵਿਚਕਾਰ ਆ ਰਹੀ ਹੈ, ਪੰਜਾਬ ਪੁਲਿਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਪੁਲਿਸ ਨੇ ਵੀਡੀਓ ਦੀ ਤਸਦੀਕ ਕੀਤੀ ਹੈ। ਇਸ ਵੇਲੇ ਦੀ ਵੱਡੀ ਖਬਰ, ਪੁਲਿਸ ਦੇ ਵੱਲੋਂ ਵੀਡੀਓ ਦੀ ਤਸਦੀਕ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਪੁਲਿਸ ਨੇ ਇਹ ਤਸਦੀਕ ਕੀਤੀ ਹੈ, ਗੋਲਡੀ ਬਰਾੜ ਦੀ ਹੀ ਇਹ ਵੀਡੀਓ ਹੈ। ਪੰਜਾਬ ਅਤੇ ਦਿੱਲੀ ਪੁਲਿਸ ਦੋਵਾਂ ਦੇ ਵੱਲੋਂ ਪੁਸ਼ਟੀ ਕਰ ਦਿੱਤੀ ਗਈ ਹੈ। ਇਸ ਵੇਲੇ ਦੀ ਵੱਡੀ ਖਬਰ ਇਸ ਵੀਡੀਓ ਨੂੰ ਲੈ ਕੇ, ਇਸ ਕਬੂਲਨਾਮੇ ਨੂੰ ਲੈ ਕੇ ਪੰਜਾਬ ਅਤੇ ਦਿੱਲੀ ਪੁਲਿਸ ਦੇ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ, ਯਾਨੀ ਕਿ ਇਹ ਵੀਡੀਓ ਨੂੰ ਤਸਦੀਕ ਕਰ ਦਿੱਤਾ ਗਿਆ ਕਿ ਇਹ ਗੋਲਡੀ ਬਰਾੜ ਹੀ ਹੈ, ਉਸੇ ਦੀ ਹੀ ਆਵਾਜ਼ ਹੈ। ਮੇਰਾ ਨਾਮ ਗੋਲਡੀ ਬਰਾੜ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਗੋਲਡੀ ਬਰਾੜ ਹੈ ਜੀ, ਸਤਿੰਦਰਜੀਤ ਸਿੰਘ ਗੋਲਡੀ ਬਰਾੜ। ਮੈਂ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ। ਤੁਸੀਂ ਸਾਰੇ ਮੈਨੂੰ ਜਾਣਦੇ ਹੀ ਹੋ। ਪਿਛਲੇ ਕੁਝ ਸਮੇਂ 'ਚ ਤੁਸੀਂ ਮੇਰਾ ਨਾਮ ਖਬਰਾਂ 'ਚ ਸੁਣ ਰਹੇ ਹੋਵੋਗੇ। ਹੁਣ ਰੀਸੈਂਟਲੀ ਮੇਰਾ ਨਾਮ ਸਿੱਧੂ ਮੂਸੇਵਾਲੇ ਵਾਲੇ ਕੇਸ ਦੇ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਵੀ ਇਹ ਚੀਜ਼ ਦੀ ਜ਼ਿੰਮੇਵਾਰੀ ਲਈ ਸੀ, ਹੁਣ ਵੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਕੰਮ ਅਸੀਂ ਕਰਾਇਆ ਸੀ, ਸਾਨੂੰ ਇਹ ਚੀਜ਼ ਤੇ ਕੋਈ ਰੀਗਰੈਟ ਨਹੀਂ, ਕੋਈ ਅਫਸੋਸ ਨਹੀਂ। ਸਮੇਂ ਦੀ ਇਹੀ ਮੰਗ ਸੀ। ਨਾ ਮੈਂ ਕੋਈ ਆਪਦਾ ਇੱਥੇ ਪੱਖ ਦੇਣ ਦੀ ਗੱਲ ਕਰਨਾ ਆ ਵੀ ਅਸੀਂ ਬਹੁਤ ਚੰਗੇ ਆ, ਠੀਕ ਹੈ ਜੀ, ਵੀ ਅਸੀਂ ਜਾਇਜ਼ ਕੀਤਾ ਨਜਾਇਜ਼ ਕੀਤਾ। ਉਹ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਆਪੇ ਗਾਂ ਦੀਆਂ ਸਮਾਂ ਸਮਰੱਥ ਹੈ। ਸਮੇਂ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਮੂਹਰੇ ਆਉਂਦੀਆਂ ਰਹਿਣੀਆਂ। ਇਹ ਚੀਜ਼ਾਂ ਕਹੇ ਤੇ ਜਾਂ ਸੁਣੀ ਤੇ ਯਕੀਨ ਨਹੀਂ ਆਉਣੀਆਂ ਤੁਹਾਨੂੰ, ਪਰ ਸਮੇਂ ਨਾਲ ਗੱਲਾਂ ਲੁਕੀਆਂ ਨਹੀਂ ਰਹਿਣੀਆਂ। ਹੌਲੀ ਅਸੀਂ ਜ਼ੋਰ ਮਾਰਦੇ ਰਹਾਂਗੇ ਵੀ ਗੱਲਾਂ ਮੂਹਰੇ ਆਉਣ ਤੇ ਕਿਤੇ ਨਾ ਕਿਤੇ ਜ਼ਰੂਰ ਆਉਣਗੀਆਂ। ਸਾਨੂੰ ਇਹ ਚੀਜ਼ ਦੀ ਪੂਰੀ ਉਮੀਦ ਹੈ।
ਸਿੱਧੂ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ ਦੋ ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਇਹਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ, ਇਹ ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ, ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ, ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ, ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ, ਉਹ ਮਹਾਰਾਜ ਨੂੰ ਸਭ ਪਤਾ ਹੈ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ, ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ, ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ। ਠੀਕ ਹੈ ਜੀ, ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ, ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਇਹਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ, ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ, ਸਭ ਨੂੰ ਪਤਾ ਇਹ ਚੀਜ਼ਾਂ। ਠੀਕ ਹੈ, ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ। ਠੀਕ ਹੈ, ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ, ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ, ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, CM ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ। ਠੀਕ ਹੈ ਜੀ, ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ। ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ, ਤੁਹਾਡਾ ਬੇਕਸੂਰ ਭਰਾ ਜੇਲ੍ਹ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ। ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ। ਠੀਕ ਹੈ ਜੀ, ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ।
ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਝ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ, ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਝ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ 'ਚ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ, ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ, ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਮੇਰਾ ਨਾਮ ਗੋਲਡੀ ਬਰਾੜ ਹੈ। ਸੋ ਇੱਕ ਤੋਂ ਬਾਅਦ ਇੱਕ ਖੁਲਾਸਾ, ਇੱਕ ਤੋਂ ਬਾਅਦ ਇੱਕ ਕਬੂਲਨਾਮਾ ਹੋ ਰਿਹਾ ਗੋਲਡੀ ਬਰਾੜ ਦੀ ਜ਼ੁਬਾਨੀ। ਆਖਰਕਾਰ ਵਜ੍ਹਾ ਕੀ ਰਹੀ ਹੈ ਤੇ ਹੁਣ ਸਮੱਸਿਆ ਕੀ ਉਹਨਾਂ ਨੂੰ ਆ ਰਹੀ ਹੈ? ਜੇਕਰ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਜੋ ਤਸਵੀਰ ਹੈ, ਯਾਨੀ ਕਿ ਜੋ ਲੋਕਾਂ ਦੇ ਦਿਲਾਂ ਦੇ ਵਿੱਚ ਇਸ ਵੇਲੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਆਇਆ, ਜੋ ਤਸਵੀਰਾਂ ਸਾਹਮਣੇ ਆਈਆਂ ਸਨ, ਸੋ ਉਸ ਤੋਂ ਬਾਅਦ ਕੀ ਸਮੱਸਿਆ ਹੈ ਤਾਂ ਹੁਣ ਇਹ ਕਬੂਲਨਾਮਾ ਸਾਹਮਣੇ ਆਇਆ। ਤਾਂ ਨਿਊਜ਼ 18 ਤੇ ਗੋਲਡੀ ਬਰਾੜ ਦਾ ਇਹ ਵੱਡਾ ਖੁਲਾਸਾ, ਇੱਕ ਹੋਰ ਵੱਡਾ ਖੁਲਾਸਾ ਉਸਦਾ ਜ਼ਿਕਰ ਕਰਨ ਜਾ ਰਹੇ ਹਾਂ, ਕਿਉਂਕਿ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਨੇ ਕਬੂਲਨਾਮਾ ਨੂੰ ਲੈ ਕੇ। ਗੋਲਡੀ ਦੇ ਨਾਲ ਸਮਝੌਤਾ ਕਰਨਾ ਚਾਹੁੰਦਾ ਸੀ ਮੂਸੇਵਾਲਾ। ਇਹ ਖੁਲਾਸਾ ਵੀ ਗੋਲਡੀ ਬਰਾੜ ਦੇ ਵੱਲੋਂ ਆਪਣੀ ਇਸ ਵੀਡੀਓ ਦੇ ਵਿੱਚ, ਆਪਣੇ ਇਸ ਕਬੂਲਨਾਮੇ ਦੇ ਵਿੱਚ ਕੀਤਾ ਗਿਆ ਕਿ ਸਿੱਧੂ ਨੇ ਸਮਝੌਤੇ ਦੇ ਲਈ 2 ਕਰੋੜ ਰੁਪਏ ਆਫਰ ਕੀਤੀ ਸੀ ਔਰ ਕੁਝ ਬੰਦੇ ਉਸਤੇ ਆਏ ਸਨ ਔਰ ਕਿਹਾ ਸੀ ਕਿ 2 ਕਰੋੜ ਰੁਪਏ ਲਿਆ ਜਾਵੇ, ਪਰ ਇਹ ਫਿਰ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਖਾਈ ਜਾਵੇ ਕਿ ਸਿੱਧੂ ਮੂਸੇਵਾਲਾ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਇਹ ਵੱਡਾ ਖੁਲਾਸਾ ਗੋਲਡੀ ਬਰਾੜ ਦੇ ਵੱਲੋਂ ਕੀਤਾ ਗਿਆ ਕਿ 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਸਿੱਧੂ ਦੇ ਬੰਦਿਆਂ ਨੇ ਔਰ ਕਿਹਾ ਸੀ ਕਿ ਉਸ ਤੋਂ ਬਾਅਦ ਕੋਈ ਨੁਕਸਾਨ ਨਹੀਂ ਕੀਤਾ ਜਾਏਗਾ। ਸੋ ਇਹ ਵੱਡਾ ਖੁਲਾਸਾ, ਇੱਕ ਹੋਰ ਕਬੂਲਨਾਮਾ, ਇੱਕ ਹੋਰ ਵੱਡਾ ਖੁਲਾਸਾ, ਕਿਉਂਕਿ ਇਹ ਸਭ ਨੂੰ ਯਾਦ ਹੈ, ਚਰਚਾ ਲਗਾਤਾਰ ਹੋ ਰਹੀ ਹੈ ਕਿ ਕਈ ਵਾਰ ਧਮਕੀਆਂ ਆਈਆਂ ਸਨ। ਇਸ ਦਾ ਜ਼ਿਕਰ ਖੁਦ ਵੀ ਸਿੱਧੂ ਮੂਸੇਵਾਲਾ ਦੇ ਵੱਲੋਂ ਜੋ ਪਹਿਲਾਂ ਦੀ ਵੀਡੀਓ, ਪੁਰਾਣੀ ਵੀਡੀਓ ਸਾਹਮਣੇ ਆਈ ਹੈ ਉਸ ਦੇ ਵਿੱਚ ਹੋਇਆ, ਉਸ ਦੇ ਵਿੱਚ ਕੀਤਾ ਕਿ ਮੈਨੂੰ ਕਈ ਧਮਕੇ ਭਰੇ ਫੋਨ, ਕਈ ਮੈਨੂੰ ਈਮੇਲਸ ਆਉਂਦੀਆਂ ਨੇ, ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਤਾਂ ਹੁਣ ਗੋਲਡੀ ਬਰਾੜ ਦੇ ਵੱਲੋਂ ਇੱਕ ਕਬੂਲਨਾਮਾ ਕੀਤਾ ਗਿਆ। ਗੋਲਡੀ ਬਰਾੜ ਦੇ ਵੱਲੋਂ ਖੁਦ ਦੱਸਿਆ ਗਿਆ ਕਿ ਆਖਰਕਾਰ 2 ਕਰੋੜ ਦਾ ਆਫਰ ਮੈਨੂੰ ਸਿੱਧੂ ਮੂਸੇਵਾਲਾ ਨੇ ਦਿੱਤਾ ਸੀ, ਸਾਨੂੰ ਦਿੱਤਾ ਸੀ ਕਿ ਪਰ ਇਹ ਕਿਹਾ ਸੀ ਉਸ ਤੋਂ ਬਾਅਦ ਕਿ ਜੇਕਰ ਇਹ ਪੈਸੇ ਦਿੱਤੇ ਜਾਂਦੇ ਨੇ ਤਾਂ ਫਿਰ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਖਾਧੀ ਜਾਵੇ, ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਧੀ ਜਾਵੇ ਕਿ ਉਸ ਤੋਂ ਬਾਅਦ ਕੁਝ ਵੀ ਨਹੀਂ ਵਿਗਾੜਿਆ ਜਾਏਗਾ ਸਿੱਧੂ ਮੂਸੇਵਾਲਾ ਦਾ। ਸੋ ਇਹ ਵੱਡਾ ਖੁਲਾਸਾ ਇੱਕ ਹੋਰ ਇੱਥੇ ਹੁੰਦਾ ਹੋਇਆ ਨਜ਼ਰ ਆ ਰਿਹਾ ਔਰ ਲਗਾਤਾਰ ਇੱਕ ਤੋਂ ਬਾਅਦ ਇੱਕ ਕਬੂਲਨਾਮੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਹੋ ਰਹੇ ਨੇ। ਇਸ ਤੋਂ ਇਲਾਵਾ ਇਹ ਵੀ ਜ਼ਿਕਰ ਹੁੰਦਾ ਹੈ ਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਇਹ ਆਫਰ ਦਿੱਤੀ ਗਈ ਸੀ ਔਰ ਜਿੰਨੀਆਂ ਮਿੰਨਤਾਂ ਕਰ ਸਕਦਾ ਸੀ ਸਿੱਧੂ ਮੂਸੇਵਾਲਾ ਨੇ ਕੀਤੀਆਂ ਸਨ। तो ਗੋਲਡੀ ਬਰਾੜ ਨੇ ਐਸਵਾਈਐਲ ਦੇ ਮੁੱਦੇ ਤੇ ਜ਼ਰੀਏ ਵੀ ਸਿੱਧੂ ਮੂਸੇਵਾਲਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਹੀ ਦੀਪ ਸਿੱਧੂ ਦਾ ਜ਼ਿਕਰ ਵੀ ਕੀਤਾ ਹੈ ਔਰ ਤਫਸੀਲ ਦੇ ਨਾਲ ਅੱਗੇ ਸੁਣਦੇ ਹਾਂ ਕਿ ਦੀਪ ਸਿੱਧੂ ਦਾ ਜ਼ਿਕਰ ਵੀ ਕਿਉਂ ਕੀਤਾ ਗਿਆ। ਮੇਰਾ ਨਾਮ ਗੋਲਡੀ ਬਰਾੜ ਹੈ। ਇਹ ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜਿਹੇ ਬਾਗੀ ਸੀ, ਏਡੇ ਜਿਹੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈ ਸਿੰਘ ਤਾਂ ਬਾਈ ਜੀ ਇੱਕ ਆਪਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਜੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਬੇਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਐਸਵਾਈਐਲ ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਟਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ।
ਵੀ ਮੈਂ ਕਦੇ ਇੱਧਰ ਤੇ ਕਦੇ ਉੱਧਰ, ਵੀ ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਸੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੀ ਚੱਲਣੇ ਹੁੰਦੇ ਆ। ਇਹ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ, ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦੇ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਰੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ ਹੋ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂਪਾਕ ਪੁਲਿਸ ਦੀਆਂ ਸਿਕਿਉਰਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਐਡੀ ਜ਼ੁਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ, ਠੀਕ ਹੈ। ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਐਡਾ ਹੀ ਅਣਖੀ ਸੀ, ਐਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਵੀ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ, ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਇਹਦੇ ਇਲੈਕਸ਼ਨ ਸੀ, ਮੁਕਤਸਰ ਦਾ ਪਿੰਡ ਆ ਭੰਗ ਜਿਹੜੀ, ਉੱਥੋਂ ਦੇ ਮੁੰਡੇ ਆ ਸਿੱਧੂ ਨਾਲ ਹੁੰਦੇ ਸੀ 24 ਘੰਟੇ। ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਆ ਉਹ ਕੌਣ ਨੇ ਬੰਦੇ। ਉਹਨਾਂ ਬੰਦਿਆਂ ਨੇ ਮੈਨੂੰ ਮੈਸੇਜ ਲਵਾਇਆ ਸੀ ਵੀ ਤੇਰੀ ਗੱਲ ਕਰਾ ਦਿੰਦੇ ਆ, ਸਿੱਧੂ ਨਾਲ 2 ਕਰੋੜ ਰੁਪਇਆ ਲੈ ਲਓ, ਗੁਰਦੁਆਰੇ ਚੜ੍ਹ ਕੇ ਸਹੁੰ ਖਾ ਲਿਓ ਵੀ ਨੁਕਸਾਨ ਨਹੀਂ ਕਰੋਗੇ। ਪਰ ਨਹੀਂ ਵੀਰ ਮੇਰੇ, ਖੇ ਨਹੀਂ ਖਾਣੀ ਸੀ। ਭਰਾ ਦੇ ਖੂਨ ਦਾ ਬਦਲਾ ਲਿਆ, ਸ਼ਰੇਆਮ ਕਹਿ ਕੇ ਲਿਆ। ਉਹਨੂੰ ਵੀ ਪਤਾ ਸੀ ਮੈਨੂੰ ਮਾਰਨਗੇ, ਠੀਕ ਹੈ ਨਾ, ਕਹਿ ਕੇ ਮਾਰਿਆ ਉਹਨੂੰ। ਹੁਣ ਜਿੰਨੀਆਂ ਮਿਹਨਤਾਂ ਕਰ ਸਕਦਾ ਸੀ ਉਨੀਆਂ ਕੀਤੀਆਂ, ਜਿੰਨੇ ਲੋਕਾਂ ਕੋਲ ਜਾ ਸਕਦਾ ਸੀ ਉਹਨਿਆਂ ਕੋਲ ਹੀ ਗਿਆ। ਪਰ ਰਾਜੀਨਾਮਾ ਨਹੀਂ ਹੋਇਆ, ਕਿਉਂਕਿ ਰਾਜੀਨਾਮਾ ਕਰਨ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਸੀ। ਮੇਰਾ ਨਾਮ ਗੋਲਡੀ ਬਰਾੜ ਹੈ। ਸੋ ਗੋਲਡੀ ਬਰਾੜ ਦੇ ਵੱਡੇ ਕਬੂਲਨਾਮੇ ਨੇ ਜੋ ਨਿਊਜ਼ 18 ਤੇ ਕੀਤੇ ਨੇ। ਜੋ ਦਰਸ਼ਕ ਹਾਲੀ ਦੇ ਵਿੱਚ ਹਾਲੇ ਸਾਡੇ ਨਾਲ ਜੁੜੇ ਨੇ ਤਾਂ ਉਹਨਾਂ ਨੂੰ ਫਿਰ ਤੋਂ ਦੱਸ ਦਈਏ ਕਿ ਗੋਲਡੀ ਬਰਾੜ ਦੇ ਵੱਲੋਂ ਨਿਊਜ਼ 18 ਤੇ ਇਹ ਵੱਡੇ ਖੁਲਾਸੇ, ਇਹ ਵੱਡਾ ਕਬੂਲਨਾਮਾ ਕੀਤਾ ਗਿਆ। ਔਰ ਅਜੇ ਇਹ ਇੱਕ ਹਿੱਸਾ ਹੈ, ਇਹ ਫਿਰ ਤੋਂ ਜ਼ਿਕਰਯੋਗ ਹੈ ਕਿ ਅਜੇ ਸਿਰਫ ਇੱਕ ਹਿੱਸਾ ਹੈ। ਬਹੁਤ ਵੱਡੀ ਲੰਮੀ ਇਹ ਪੂਰੀ ਗੱਲਬਾਤ ਹੈ ਜਿਸ ਦਾ ਜ਼ਿਕਰ ਨਿਊਜ਼ 18 ਪੰਜਾਬ ਤੇ ਸਿਰਫ ਹੋਏਗਾ, ਕਿਉਂਕਿ ਨਿਊਜ਼ 18 ਪੰਜਾਬ ਤੇ ਐਕਸਕਲੂਸਿਵ ਗੱਲਬਾਤ ਹੈ। ਨਿਊਜ਼ 18 ਪੰਜਾਬ ਤੇ ਗੋਲਡੀ ਬਰਾੜ ਦੇ ਵੱਲੋਂ ਇਹ ਵੱਡੇ ਕਬੂਲਨਾਮੇ, ਵੱਡੇ ਖੁਲਾਸੇ ਕੀਤੇ ਗਏ ਨੇ। ਔਰ ਇੱਕ ਗੱਲਬਾਤ ਜਿਹੜੀ ਹੈ ਬਰੀਕੀ ਦੇ ਨਾਲ ਪੂਰੀ ਗ੍ਰਾਫਿਕ ਦੇ ਜ਼ਰੀਏ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਕਿ ਆਖਿਰਕਾਰ ਜ਼ੁਬਾਨੀ ਬੋਲ ਕੀ ਰਿਹਾ ਹੈ। ਹਾਲਾਂਕਿ ਗੋਲਡੀ ਬਰਾੜ ਦੇ ਵੱਲੋਂ ਆਪਣੀ ਪਛਾਣ ਲੁਕੋਈ ਗਈ ਹੈ, ਪਰ ਇਹ ਵੀ ਦੱਸ ਦਈਏ ਫਿਰ ਤੋਂ ਕਿ ਮਹਿਜ਼ ਸਿਰਫ ਇੱਕ ਹਿੱਸਾ ਹੈ ਔਰ ਇਸ ਦੇ ਵਿੱਚ ਜ਼ਿਕਰ ਹੋ ਰਿਹਾ ਹੈ। ਜੇਕਰ ਇਸ ਹਿੱਸੇ ਦਾ ਜ਼ਿਕਰ ਕਰਦੇ ਹਾਂ, ਦੁਬਾਰਾ ਤੋਂ ਤੁਹਾਨੂੰ ਸੁਣਾਉਂਦੇ ਹਾਂ, ਜਿਸ ਦੇ ਵਿੱਚ ਕਹਿ ਰਿਹਾ ਕਿ 2 ਕਰੋੜ ਰੁਪਇਆ ਸਿੱਧੂ ਦੇ ਵੱਲੋਂ ਆਫਰ ਕੀਤਾ ਗਿਆ ਸੀ। ਸਿੱਧੂ ਦੇ ਕੁਝ ਬੰਦਿਆਂ ਨੇ ਆਫਰ ਕੀਤਾ ਸੀ, ਪਰ ਇਹ ਕਿਹਾ ਸੀ ਕਿ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਫਿਰ ਤੋਂ ਸੁਣਦੇ ਹਾਂ। ਮੇਰਾ ਨਾਮ ਗੋਲਡੀ ਬਰਾੜ ਹੈ। ਤੇ ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਐਡੇ ਜੇ ਇਹ ਬਾਗੀ ਸੀ, ਐਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈ ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਜੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਵੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤਾਂ ਗਾਈ ਜਾਂਦਾ, ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ। ਉਹ ਗਾਣੇ ਵੀ ਕਦੇ ਟੌਟਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਵੀ ਮੈਂ ਕਦੇ ਇੱਧਰ ਤੇ ਕਦੇ ਉੱਧਰ, ਵੀ ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਸੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੀ ਚੱਲਣੇ ਹੁੰਦੇ ਆ। ਇਹ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ, ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦੇ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਰੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ ਹੋ।
ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਉਹ ਗੱਲ ਟੂ ਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂ ਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂ ਪਾਕ ਪੁਲਿਸ ਦੀਆਂ ਸਿਕਿਉਰਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਐਡੀ ਜ਼ੁਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ, ਠੀਕ ਹੈ। ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਐਡਾ ਹੀ ਅਣਖੀ ਸੀ, ਐਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਕਿ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ, ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ੍ਹ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਇਹਦੇ ਇਲੈਕਸ਼ਨ ਸੀ, ਮੁਕਤਸਰ ਦਾ ਪਿੰਡ ਆ ਭੰਗ ਜਿਹੜੀ, ਉੱਥੋਂ ਦੇ ਮੁੰਡੇ ਆ ਸਿੱਧੂ ਨਾਲ ਹੁੰਦੇ ਸੀ 24 ਘੰਟੇ। ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਆ ਉਹ ਕੌਣ ਨੇ ਬੰਦੇ। ਉਹਨਾਂ ਬੰਦਿਆਂ ਨੇ ਮੈਨੂੰ ਮੈਸੇਜ ਲਵਾਇਆ ਸੀ ਵੀ ਤੇਰੀ ਗੱਲ ਕਰਾ ਦਿੰਦੇ ਆ, ਸਿੱਧੂ ਨਾਲ 2 ਕਰੋੜ ਰੁਪਇਆ ਲੈ ਲਓ, ਗੁਰਦੁਆਰੇ ਚੜ੍ਹ ਕੇ ਸਹੁੰ ਖਾ ਲਿਓ ਵੀ ਨੁਕਸਾਨ ਨਹੀਂ ਕਰੋਗੇ। ਪਰ ਨਹੀਂ ਵੀਰ ਮੇਰੇ, ਖੇ ਨਹੀਂ ਖਾਣੀ ਸੀ। ਭਰਾ ਦੇ ਖੂਨ ਦਾ ਬਦਲਾ ਲਿਆ, ਸ਼ਰੇਆਮ ਕਹਿ ਕੇ ਲਿਆ। ਉਹਨੂੰ ਵੀ ਪਤਾ ਸੀ ਮੈਨੂੰ ਮਾਰਨਗੇ, ਠੀਕ ਹੈ ਨਾ, ਕਹਿ ਕੇ ਮਾਰਿਆ ਉਹਨੂੰ। ਜਿੰਨੀਆਂ ਮਿਹਨਤਾਂ ਕਰ ਸਕਦਾ ਸੀ ਉਨੀਆਂ ਕੀਤੀਆਂ, ਜਿੰਨੇ ਲੋਕਾਂ ਕੋਲ ਜਾ ਸਕਦਾ ਸੀ ਉਨ੍ਹਾਂ ਕੋਲ ਹੀ ਗਿਆ। ਪਰ ਰਾਜੀਨਾਮਾ ਨਹੀਂ ਹੋਇਆ, ਕਿਉਂਕਿ ਰਾਜੀਨਾਮਾ ਕਰਨ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਸੀ। ਮੇਰਾ ਨਾਮ ਗੋਲਡੀ ਬਰਾੜ ਹੈ। ਤਾਂ ਜ਼ਿਕਰ ਸਿਰਫ 2 ਕਰੋੜ ਦਾ ਨਹੀਂ ਹੋ ਰਿਹਾ, ਜ਼ਿਕਰ ਇਹ ਵੀ ਹੋ ਰਿਹਾ ਕਿ ਦੀਪ ਸਿੱਧੂ ਦੇ ਨਾਲ ਫੋਟੋਆਂ ਲੱਗੀਆਂ। ਜ਼ਿਕਰ ਇਹ ਵੀ ਹੋ ਰਿਹਾ ਕਿ ਸਿਕਿਉਰਿਟੀ ਕਿਉਂ ਲਈ ਗਈ ਸੀ। ਜੇਕਰ ਵੱਡਾ ਯੋਧਾ ਕਹਾਂਦਾ ਸੀ ਇਹ ਗੋਲਡੀ ਬਰਾੜ ਦੇ ਵੱਲੋਂ ਕਿਹਾ ਜਾ ਰਿਹਾ ਹੈ, ਤਾਂ ਫਿਰ ਸਿਕਿਉਰਿਟੀ ਕਿਉਂ ਲਈ ਗਈ ਸੀ? ਤਾਂ ਇਸ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਇੱਕ ਕਬੂਲਨਾਮਾ ਕੀਤਾ ਗਿਆ। ਤਾਂ ਸਿੱਧੇ ਤੌਰ ਤੇ ਹੁਣ ਤੱਕ ਦੀ ਗੱਲ ਕੀਤੀ ਜਾਵੇ, ਜੇਕਰ ਇਸ ਹਿੱਸੇ ਦੀ ਗੱਲ ਕਰੀਏ ਜੋ ਅਸੀਂ ਹੁਣ ਤੱਕ ਸੁਣਵਾਇਆ, ਦਰਸ਼ਕਾਂ ਤੱਕ ਪਹੁੰਚਾਇਆ, ਤਾਂ ਉਸ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਜ਼ਿਕਰ ਹੈ। ਪਰ ਅਜੇ ਹੋਰ ਵੱਡਾ ਕਬੂਲਨਾਮਾ ਹੈ। ਅਜੇ ਬੇਅਦਬੀ ਦਾ ਜ਼ਿਕਰ ਵੀ ਹੋਏਗਾ, ਬੇਅਦਬੀ ਗੋਲੀकांड ਦਾ ਜ਼ਿਕਰ ਵੀ ਇਸ ਕਬੂਲਨਾਮੇ ਦੇ ਵਿੱਚ ਹੋਏਗਾ। ਅਜੇ ਰਾਜਾ ਵੜਿੰਗ ਹੋਰਾਂ ਦਾ ਜ਼ਿਕਰ ਵੀ ਇਸ ਦੇ ਵਿੱਚ ਹੋਏਗਾ। ਤਾਂ ਜ਼ਰੂਰ ਅੱਗੇ ਦੀ ਗੱਲਬਾਤ ਜਿਹੜੀ ਆ ਜ਼ਰੂਰ ਸੁਣਾਂਗੇ, ਪਰ ਇੱਕ ਤੋਂ ਬਾਅਦ ਇੱਕ ਕਬੂਲਨਾਮੇ। ਕਿਉਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ, ਕੀ ਖਾਰ ਸੀ, ਕੀ ਸਮੱਸਿਆ ਸੀ, ਤੇ ਹੁਣ 29 ਤਰੀਕ ਤੋਂ ਲੈ ਕੇ ਜੋ ਹੁਣ ਤੱਕ ਕਰੀਬ 45 ਦਿਨ ਇਸ ਕਤਲ ਨੂੰ ਹੋ ਚੁੱਕੇ ਨੇ, ਜਿੱਥੇ ਤੱਕ ਇਨਵੈਸਟੀਗੇਸ਼ਨ ਪਹੁੰਚੀ, ਜਿੱਥੋਂ ਦੀਆਂ ਤਸਵੀਰਾਂ ਆਈਆਂ, ਲੋਕਾਂ ਦੀ ਗੱਲ ਕਰੀਏ, ਉਹਨਾਂ ਦੇ ਚਾਹਣ ਵਾਲਿਆਂ ਦੀ ਗੱਲ ਕਰੀਏ, ਉਹਨਾਂ ਦੇ ਪਿਆਰ ਦੀ ਗੱਲ ਕਰੀਏ, ਤਾਂ ਉਸ ਤੋਂ ਬਾਅਦ ਜਿਹੜੀ ਆਵਾਜ਼ ਗੋਲਡੀ ਬਰਾੜ ਤੱਕ ਪਹੁੰਚੀ, ਸੋ ਉਸ ਨੂੰ ਲੈ ਕੇ ਇਹ ਗੱਲਬਾਤ ਸਾਹਮਣੇ ਆਈ ਔਰ ਵੀਡੀਓ ਜਾਂ ਕਬੂਲਨਾਮੇ ਦਾ ਜ਼ਿਕਰ ਕੀਤਾ ਜਾਵੇ। ਕਿਉਂ ਕੀਤਾ ਜਾ ਰਿਹਾ, ਵਜ੍ਹਾ ਕੀ ਹੈ, ਵਜ੍ਹਾ ਕੀ ਹੈ ਕਬੂਲਨਾਮੇ ਦੀ, ਉਸ ਦਾ ਵੀ ਜ਼ਿਕਰ ਗੋਲਡੀ ਬਰਾੜ ਦੇ ਵੱਲੋਂ ਕੀਤਾ ਗਿਆ। ਸੁਣਦੇ ਹਾਂ। ਮੇਰਾ ਨਾਮ ਗੋਲਡੀ ਬਰਾੜ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਗੋਲਡੀ ਬਰਾੜ ਹੈ ਜੀ, ਸਤਿੰਦਰਜੀਤ ਸਿੰਘ ਗੋਲਡੀ ਬਰਾੜ। ਮੈਂ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ। ਤੁਸੀਂ ਸਾਰੇ ਮੈਨੂੰ ਜਾਣਦੇ ਹੋ। ਪਿਛਲੇ ਕੁਝ ਸਮੇਂ ਜੋ ਤੁਸੀਂ ਮੇਰਾ ਨਾਮ ਖਬਰਾਂ 'ਚ ਸੁਣ ਰਹੇ ਹੋਵੋਗੇ। ਹੁਣ ਰੀਸੈਂਟਲੀ ਮੇਰਾ ਨਾਮ ਸਿੱਧੂ ਮੂਸੇਵਾਲੇ ਵਾਲੇ ਕੇਸ ਦੇ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਵੀ ਇਹ ਚੀਜ਼ ਦੀ ਜ਼ਿੰਮੇਵਾਰੀ ਲਈ ਸੀ, ਹੁਣ ਵੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਕੰਮ ਅਸੀਂ ਕਰਾਇਆ ਸੀ, ਸਾਨੂੰ ਇਹ ਚੀਜ਼ 'ਤੇ ਕੋਈ ਰੀਗਰੈਟ ਨਹੀਂ, ਕੋਈ ਅਫਸੋਸ ਨਹੀਂ। ਸਮੇਂ ਦੀ ਇਹੀ ਮੰਗ ਸੀ। ਨਾ ਮੈਂ ਕੋਈ ਆਪਦਾ ਇੱਥੇ ਪੱਖ ਦੇਣ ਦੀ ਗੱਲ ਕਰਨਾ ਆ ਵੀ ਅਸੀਂ ਬਹੁਤ ਚੰਗੇ ਹਾਂ, ਠੀਕ ਹੈ ਜੀ, ਵੀ ਅਸੀਂ ਜਾਇਜ਼ ਕੀਤਾ ਨਜਾਇਜ਼ ਕੀਤਾ। ਉਹ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਆਪੇ ਗਾਂ ਦੀਆਂ ਸਮਾਂ ਸਮਰੱਥ ਹੈ। ਸਮੇਂ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਮੂਹਰੇ ਆਉਂਦੀਆਂ ਰਹਿਣੀਆਂ। ਇਹ ਚੀਜ਼ਾਂ ਕਹੇ ਤੇ ਜਾਂ ਸੁਣੀ ਤੇ ਯਕੀਨ ਨਹੀਂ ਆਉਣੀਆਂ ਤੁਹਾਨੂੰ, ਪਰ ਸਮੇਂ ਨਾਲ ਗੱਲਾਂ ਲੁਕੀਆਂ ਨਹੀਂ ਰਹਿਣੀਆਂ। ਹੌਲੀ ਹੌਲੀ ਅਸੀਂ ਜ਼ੋਰ ਮਾਰਦੇ ਰਹਾਂਗੇ ਵੀ ਗੱਲਾਂ ਮੂਹਰੇ ਆਉਣ, ਤੇ ਕਿਤੇ ਨਾ ਕਿਤੇ ਜ਼ਰੂਰ ਆਉਣਗੀਆਂ। ਸਾਨੂੰ ਇਹ ਚੀਜ਼ ਦੀ ਪੂਰੀ ਉਮੀਦ ਹੈ। ਸਿੱਧੂ ਦੋਸ਼ੀ ਸੀ। ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣੇ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ। ਪਰ ਨਹੀਂ, ਕਿੱਥੇ। ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ। ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ,
ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਹੈ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਇਹਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ। ਤੁਹਾਡਾ ਬੇਕਸੂਰ ਭਰਾ ਜੇਲ੍ਹ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ। ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ। ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ। ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਉਹ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹਦੇ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ। ਕੁਛ ਮੈਂ ਤੁਹਾਨੂੰ ਉਹ ਬੰਦੇ ਦੇ
ਦੋਸਤ ਯਾਦ ਕਰਾਉਣਾ ਚਾਹੁੰਦਾ, ਤੁਸੀਂ ਉਦੋਂ ਬਾਅਦ 'ਚ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਮੇਰਾ ਨਾਮ ਗੋਲਡੀ ਬਰਾੜ ਹੈ। ਮੇਰਾ ਨਾਮ ਗੋਲਡੀ ਬਰਾੜ ਹੈ ਤੇ ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜਿਹੇ ਬਾਗੀ ਸੀ, ਏਡੇ ਜਿਹੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈਂ, ਸਿੰਘ ਤਾਂ ਬਾਈ ਜੀ ਇੱਕ ਆਪਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਹਿ ਜਾਓ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਬੇਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਵੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਤੇ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀਆਂ। ਫਿਰ ਥੋੜੀ ਗਾਣੇ ਚੱਲਦੇ ਸੀ। ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ, ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਲੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ। ਠੀਕ ਹੈ, ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ ਹੋ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ। ਠੀਕ ਹੈ, ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਕਿਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ ਉਹ ਗੱਲ। ਟੂਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਐਡੀ ਜ਼ੁਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ। ਠੀਕ ਹੈ, ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਐਡਾ ਹੀ ਅਣਖੀ ਸੀ, ਐਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਵੀ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ, ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ੍ਹ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਇਹਦੇ ਇਲੈਕਸ਼ਨ ਸੀ, ਮੁਕਤਸਰ ਦਾ ਪਿੰਡ ਆ ਭੰਗ ਜਿਹੜੀ, ਉੱਥੋਂ ਦੇ ਮੁੰਡੇ ਆ ਸਿੱਧੂ ਨਾਲ ਹੁੰਦੇ ਸੀ 24 ਘੰਟੇ। ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਆ ਉਹ ਕੌਣ ਨੇ ਬੰਦੇ। ਉਹਨਾਂ ਬੰਦਿਆਂ ਨੇ ਮੈਨੂੰ ਮੈਸੇਜ ਲਵਾਇਆ ਸੀ ਵੀ ਤੇਰੀ ਗੱਲ ਕਰਾ ਦਿੰਦੇ ਆ, ਸਿੱਧੂ ਨਾਲ 2 ਕਰੋੜ ਰੁਪਇਆ ਲੈ ਲਓ, ਗੁਰਦੁਆਰੇ ਚੜ੍ਹ ਕੇ ਸਹੁੰ ਖਾ ਲਿਓ ਵੀ ਨੁਕਸਾਨ ਨਹੀਂ ਕਰੋਗੇ। ਪਰ ਨਹੀਂ ਵੀਰ ਮੇਰੇ, ਉਹ ਖੇ ਨਹੀਂ ਖਾਣੀ ਸੀ। ਭਰਾ ਦੇ ਖੂਨ ਦਾ ਬਦਲਾ ਲਿਆ, ਸ਼ਰੇਆਮ ਕਹਿ ਕੇ ਲਿਆ। ਉਹਨੂੰ ਵੀ ਪਤਾ ਸੀ ਮੈਨੂੰ ਮਾਰਨਗੇ, ਠੀਕ ਹੈ ਨਾ, ਕਹਿ ਕੇ ਮਾਰਿਆ ਉਹਨੂੰ। ਜਿੰਨੀਆਂ ਮਿਹਨਤਾਂ ਕਰ ਸਕਦਾ ਸੀ ਉਨੀਆਂ ਕੀਤੀਆਂ, ਜਿੰਨੇ ਲੋਕਾਂ ਕੋਲ ਜਾ ਸਕਦਾ ਸੀ ਉਨ੍ਹਾਂ ਕੋਲ ਹੀ ਗਿਆ। ਪਰ ਰਾਜੀਨਾਮਾ ਨਹੀਂ ਹੋਇਆ, ਕਿਉਂਕਿ ਰਾਜੀਨਾਮਾ ਕਰਨ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਸੀ। ਮੇਰਾ ਨਾਮ ਗੋਲਡੀ ਬਰਾੜ ਹੈ। ਸੋ ਪਹਿਲੀ ਵਾਰ ਟੀਵੀ ਤੇ ਗੋਲਡੀ ਬਰਾੜ ਦਾ ਇਹ ਕਬੂਲਨਾਮਾ ਕਬੂਲ ਕੀਤਾ ਗਿਆ। ਨਿਊਜ਼ 18 ਤੇ ਇਹ ਕਬੂਲ ਕੀਤਾ ਹੈ ਔਰ ਸਾਰੀ ਗਾਥਾ ਵੀ ਦੱਸੀ ਹੈ, ਸਾਰੀ ਕਹਾਣੀ ਵੀ ਦੱਸੀ ਹੈ ਕਿ ਕਿਉਂ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਇਸ ਦੇ ਵਿੱਚ ਜ਼ਿਕਰ ਹੋ ਰਿਹਾ ਕਿ ਆਖਰਕਾਰ ਖਾਰ ਕੀ ਸੀ, ਜ਼ਿਕਰ ਹੋ ਰਿਹਾ ਕਿ ਆਖਰਕਾਰ ਜੇਕਰ ਗਾਣੇ ਮਸ਼ਹੂਰ ਹੋਏ ਨੇ ਤਾਂ ਕਿਉਂ ਹੋਏ ਨੇ, ਜ਼ਿਕਰ ਹੋ ਰਿਹਾ ਕਿ ਜੇਕਰ SYL ਨੂੰ ਲੈ ਕੇ ਗਾਣਾ ਗਾਇਆ ਤਾਂ ਉਸ ਦੇ ਪਿੱਛੇ ਵੀ ਕੀ ਹੈ। ਤਾਂ ਇਸ ਤੋਂ ਇਲਾਵਾ ਜੇਕਰ ਕਤਲ ਕੀਤਾ ਗਿਆ ਤਾਂ ਇਸ ਦੇ ਵਿੱਚ ਇਹ ਵੀ ਦੱਸਿਆ ਗੋਲਡੀ ਬਰਾੜ ਨੇ ਕਿ ਸਿਰਫ ਇੱਕ ਵਜ੍ਹਾ ਨਹੀਂ ਸੀ, ਬਲਕਿ ਵਜ੍ਹਾ ਇਕੱਠੀਆਂ ਹੁੰਦੀਆਂ ਕਈ ਵਜ੍ਹਾ ਹੋ ਗਈਆਂ। ਔਰ ਉਸ ਤੋਂ ਬਾਅਦ ਹੁਣ ਜੋ ਸਥਿਤੀ ਹੈ ਸੋ ਉਸ ਨੂੰ ਲੈ ਕੇ ਇਹ ਕਬੂਲਨਾਮਾ ਕੀਤਾ ਗਿਆ। ਕਹਿ ਲਈਏ ਕਿ ਆਪਣੀ ਗੱਲ ਜਿਹੜੀ ਹੈ ਗੋਲਡੀ ਬਰਾੜ ਦੇ ਵੱਲੋਂ ਲੋਕਾਂ ਦੇ ਸਾਹਮਣੇ ਰੱਖੀ ਗਈ ਹੈ, ਕਿਉਂਕਿ ਜਿਸ ਵੇਲੇ ਤੋਂ ਕਤਲ ਹੋਇਆ ਉਸ ਵੇਲੇ ਤੋਂ ਚਰਚਾ ਦੇ ਵਿੱਚ ਹੈ ਲਾਰੈਂਸ ਬਿਸ਼ਨੋਈ ਔਰ ਗੋਲਡੀ ਬਰਾੜ। ਦੋਵਾਂ ਨੇ ਇਕੱਠੇ ਹੋ ਕੇ ਸਾਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ, ਜਾਂ ਕਹਿ ਲਈਏ ਕਿ ਸਾਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿੱਥੋਂ ਗੁਰਗੇ ਲਿਆਂਦੇ, ਕਿੱਥੋਂ ਹਥਿਆਰ ਸਪਲਾਈ ਹੋਏ, ਜਾਂ ਫਿਰ ਜ਼ਿਕਰ ਕੀਤਾ ਜਾਏ ਤਾਂ ਕਿਹੜੇ ਸ਼ਾਰਪ ਸ਼ੂਟਰਾਂ ਦਾ ਬੰਦੋਬਸਤ ਕੀਤਾ ਗਿਆ। ਔਰ ਇਸ ਤੋਂ ਬਾਅਦ ਇੱਕ ਖੁਲਾਸੇ ਵੀ ਹੋ ਰਹੇ ਨੇ, ਪਰ ਹਮੇਸ਼ਾ ਲਾਰੈਂਸ ਬਿਸ਼ਨੋਈ ਔਰ ਗੋਲਡੀ ਬਰਾੜ ਦਾ ਜ਼ਿਕਰ ਹੈ। ਤਾਂ ਹੁਣੇ ਵੀ ਦੱਸ ਦਈਏ
न्यूज़ 18 पंजाब ते पहली बार न्यूज़ 18 ते बड़ा खुलासा एक कबूलनामा गोल्डी बराड़ दा और अजे सिर्फ ਇਹ ਇੱਕ ਹਿੱਸਾ ਹੈ जिस दे विच जिक्र किया गया गोल्डी बराड़ ने सारा कबूल किया है कि आखिरकार क्यों कतल की वारदात नूं अंजाम दिता गया। हुण उन्हां नूं की लगदा है और भी उस दे विच जिक्र हुंदा है कि आखिरकार 2 करोड़ दे ऑफर दी भी गल साडे सामने आई सी, सानूं ऑफर दिता गया सी, पर यह भी कहा गया कि उस तो बाद फिर कोई नुकसान सिद्धू मूसेवाला नूं ना पहुंचाया जाए, पर वो असीं नहीं मन्नी है। सो एक जिक्र इस दे विच हो रहा, दीप सिद्धू का जिक्र कर रहे, दीप सिद्धू दे नाल क्यों कंपेयर किया गया, इस नूं लैके भी उन्हां नूं लगदा है कि गलत है और कांग्रेस नूं लैके ज्वाइनिंग नूं लैके इस दे विच जिक्र किया गया और खास तौर पर सिक्योरिटी का भी जिक्र हो रहा है। जेकर सिक्योरिटी लई सी तां फिर क्यों एक गल का कबूलनामा गोल्डी बराड़ दे वल्लों किया जा रहा है। पहली बार टीवी ते गोल्डी बराड़ दा एक कबूलनामा, हालांकि पछाण शुरू दे विच गोल्डी बराड़ दसदा नजर आ रहा है, पर अपना चेहरा जरूर लुकाया होया भी दस दईए कि दिल्ली पुलिस और पंजाब पुलिस दे वल्लों वीडियो तस्दीक की जा चुकी है। ये वीडियो तस्दीक हो चुकी है, वीडियो की पुष्टि हो चुकी है कि गोल्डी बराड़ है जिस दे वल्लों सारा कबूलनामा किया गया। SYL मुद्दे ते भी जरिए भी सिद्धू मूसेवाला नूं उन्हां घेरन की कोशिश की है ते नाल ही दीप सिद्धू का भी इस दे विच जिक्र हो रहा है। दीप सिद्धू दे संस्कार दे मौके ते जिहड़ा वखरे तौर पर जिहड़ा अपना शो लगाया गया सी उस नूं लैके भी समस्या जाहिर की है। इस तो इलावा होर बहुत सारे कारण लगातार जिक्र हुंदा है। विक्की मिड्डूखड़ा दा कतल होया तां उस दे विच शुरुआत सी ये दसदा होया गोल्डी बराड़ नजर आ रहा है कि साडे भरावां दा जो नुकसान होया तां पहला तां कारण यही है कि असी बदला लेना सी और असी वो काम करना सी तां असी काम करके दिखा दिता। तो वड्डी खबर बड़ा इस वेले दा एक्सक्लूसिव सुपर एक्सक्लूसिव न्यूज़ 18 ते ये बड़ा खुलासा तुहानूं दिखा रहे हैं। एक कबूलनामा खुद अपनी जुबानी गोल्डी बराड़ दे वल्लों किया जा रहा है। 29 मई नूं जो कतल सिद्धू मूसेवाला दा हुंदा है, किस तरह दे नाल अन्नेवाह गोलियां फराइयां जांदियां ने, बराइयां जांदियां ने और AK-47 का इस्तेमाल है, होर हथियार वरते गए ने, शार्प शूटर ने, कुछ इस वेले पुलिस की रिमांड ते आ चुके ने, कुछ अजे भी फरार ने और लगातार जिक्र हो रहा है लॉरेंस बिश्नोई तो जो कि पंजाब पुलिस की रिमांड पे है और उस तो पुछगिछ दे विच भी खुलासे हो रहे हैं कि गोल्डी बराड़ दे नाल मिलके सारा हत्याकांड रचिया गया। पर हुण किते ना किते ये बड़ा कबूलनामा और इस तो बाद बहुत कुछ साफ हुंदा लगातार ये नजर आ रहा है, क्योंकि जिस तरह दे नाल इस वेले दी तस्वीर बनी हुई है, सो बड़े खुलासे गोल्डी बराड़ दी ये जुबानी। तो सीधा चलते हैं दिल्ली, मेरे सहयोगी आनंद तिवारी ने साडे नाल ज्यादा गलबात दे लई। आनंद, अगर मेरी आवाज आप तक पहुंच रही है तो बहुत बड़ा खुलासा, बहुत बड़ा कबूलनामा न्यूज़ 18 पे किया गया गोल्डी बराड़ की ओर से। हालांकि मोस्ट वांटेड है, लेकिन उसने एक एक तफसील से बताया कि आखिरकार क्यों इस वारदात को अंजाम दिया गया और आगे का क्या कुछ प्लान है। जी देखिए गुरजोत, बिल्कुल लगातार हम पहले दिन से ही सिद्धू मूसेवाला केस की हर जो बारीक से बारीक जानकारी है वो दर्शकों तक पहुंचा रहे हैं और हमारे पास मंगलवार को एक वर्चुअल नंबर से एक 36 मिनट का वीडियो आता है और उसके बाद लॉरेंस बिश्नोई गैंग की तरफ से दावा किया जाता है कि गोल्डी बराड़ यानी डॉक्टर जो है उसका यह कबूलनामा है, वो पूरी जिम्मेदारी ले रहा है सिद्धू मूसेवाला हत्याकांड की। चूंकि नेटवर्क 18 न्यूज़ 18 इंडिया एक प्रतिष्ठित न्यूज चैनल है देश का सबसे बड़ा, इसलिए हमने पहले इसकी विश्वसनीयता जानने की कोशिश की पंजाब पुलिस और दिल्ली पुलिस के अधिकारियों से। जब हमने इसकी विश्वसनीयता जान ली गुरजोत की ये ऑडियो जो है ये गोल्डी बराड़ का ही है, इसके बाद इसे हमने आज सुबह टेलीकास्ट किया है। इसमें ये शख्स पूरी तरह से दावा कर रहा है कि किस तरह से वो सिद्धू मूसेवाला की हत्या की जिम्मेदारी लेता है और जो उनके भाई थे उन्होंने बोला है कि 2 भाइयों का बदला लेने के लिए हमने इस हत्याकांड को अंजाम दिया है। गुरलाल बराड़ जो गोल्डी बराड़ का कजिन भाई था और विक्की मिड्डूखेड़ा की हत्या का बदला लेने के लिए। लेकिन अब सबसे बड़ी चुनौती है पंजाब पुलिस के लिए जो इस पूरे मामले को देख रही है कि इस वीडियो के आधार पर इस तफ्तीश के सिरे कहां तक वो ले जाती है, क्योंकि जिस तरह से कनाडा में गोल्डी बराड़ मौजूद है ये बात किसी से छुपी नहीं है, उसके खिलाफ रेड कॉर्नर नोटिस जारी हुआ है। तो कनाडा में वो इतनी बेबाकी से वीडियो बना रहा है और उसके बाद वो एक नेशनल न्यूज चैनल को ये वीडियो भेजता है टेलीकास्ट के लिए। तो जाहिर सी बात है अब जो मल्टीपल एजेंसियां हैं देश की उनके लिए बड़ी चुनौती है कि जो गोल्डी बराड़ है उसे किस तरह से ट्रैप किया जाए या उसको इंटरसेप्ट किया जाए।
बिल्कुल बिल्कुल आनंद, बहुत बड़ा ये एक कह सकते हैं कि अभी आगे के लिए टारगेट है पुलिस के लिए, लेकिन बहुत अहम है क्योंकि न्यूज़ 18 को खास तौर पर ये कबूलनामा भेजा गया, तो कहीं ना कहीं इसके बारे में थोड़ी सी चर्चा करेंगे। हालांकि आपने शुरुआत में बताया कि इसकी पुष्टि पूरी तरह से की गई है, क्योंकि जो भी हम अपने दर्शकों तक जानकारी या किसी तरह की कोई वीडियो जो भी कंटेंट पहुंचाते हैं उसकी पुष्टि हमें पहले होना बहुत जरूरी है, उसके बाद दर्शकों तक जाती है। सो सीधे तौर पर पुलिस की ओर से तो ये कर दी गई है, बेशक वो दिल्ली पुलिस हो या पंजाब की। पर इसमें जो जिक्र किया जा रहा है गोल्डी बराड़ की ओर से कि हमने कत्ल क्यों किया और बहुत सारे कारण, उसके बारे में जानना बेहद जरूरी है, क्योंकि इससे पहले भी हम जिक्र करें तो सचिन बिश्नोई की ओर से एक वीडियो जो है फोन पे बातचीत की गई थी और उस समय भी उन्होंने कहा था कि मैंने ये कत्ल किया है, लॉरेंस का इसमें कोई इन्वॉल्वमेंट नहीं है। तो कहीं ना कहीं उस एस्पेक्ट से भी इसको देखा जा सकता है। जिस तरह से 2 जून को भी हमें जो है वो न्यूज़ 18 को सचिन बिश्नोई ने फोन किया, उसके बाद हमने वहां भी जिम्मेदारी निभाई और हमने जब वो ऑडियो सुनाया, दिल्ली पुलिस ने जब वो वीडियो टेलीकास्ट हुआ ऑडियो, दिल्ली पुलिस और पंजाब पुलिस ने कैमरे पे इस बात को कबूल किया है दिल्ली पुलिस ने कि सचिन बिश्नोई वो शख्स था। और उसके बाद हमारी खबर पर मुहर इस तरह से लगती है कि हाल में ही दिल्ली पुलिस की जो साउथ डिस्ट्रिक्ट पुलिस है उसने एक प्रेस कॉन्फ्रेंस करी थी कि सचिन बिश्नोई का जो फर्जी पासपोर्ट बनवाया गया था दिल्ली से, वो संगम बिहार के पते पे था और खुद सचिन बिश्नोई 12 अप्रैल को गुरजोत दिल्ली के अंदर मौजूद था। बायोमेट्रिक उसने अपने जो साइन है, सिग्नेचर वो किए, फिंगरप्रिंट दिए हैं पासपोर्ट दफ्तर में और उसके बाद वो 21 तारीख को भारत से दुबई भाग गया। तो ये दूसरी बार है जब गोल्डी बराड़ या लॉरेंस बिश्नोई गैंग की तरफ से हमसे संपर्क साधा गया है और अभी भी हम एक जिम्मेदार चैनल होने के नाते इस वीडियो की पुष्टि नहीं करते हैं कि ये गोल्डी बराड़ है। जांच एजेंसियों का काम है कि वो इस वीडियो की पुष्टि करें, इसकी सत्यता जाने, ये वीडियो कहां पे बना है, किस वक्त बना है और गोल्डी बराड़ कनाडा में क्या अभी भी महफूज है जो वो इतनी बेबाकी से वीडियो बना रहा है, क्योंकि उसके खिलाफ रेड कॉर्नर नोटिस जारी हुआ है। तो ये भारत की एजेंसियां या जो इस मामले में इन्वेस्टिगेट कर रही हैं, ये उनके लिए अब चुनौती है और ये उनके इन्वेस्टिगेशन का पार्ट है। बिल्कुल आनंद, खासतौर पर जिस तरह से आप भी जिक्र करें कि जिम्मेदार चैनल होने के नाते हम पुष्टि नहीं करते, लेकिन ये जरूर है कि दिल्ली पुलिस और पंजाब पुलिस की ओर से इसकी पुष्टि की जा रही है। हालांकि उसने अपना चेहरा छुपाया है, उसका एक बड़ा कारण हो सकता है ये खैर गोल्डी बराड़ की जाने या फिर जिसकी वीडियो है, या उसके अलावा उसने अपना जिक्र जरूर किया। शुरुआत में उसने बताया कि मैं गोल्डी बराड़ हूं, मैं फला फला जगह का रहने वाला हूं, उसके बाद सारी तफ्तीश से सारी बातचीत की गई है। उसका भी बेहद अहम अगर कह सकते हैं तो यहाँ पर खुलासा होता हुआ नजर आ रहा है, क्योंकि ये एक छोटा मामला नहीं है आनंद, खासतौर पर हम जिक्र करेंगे क्योंकि ये पंजाब तक सीमित नहीं है, पूरे देश की बात है या फिर दुनिया में पूरा जिस तरह से गोल्डी बराड़ कनाडा में बैठा है वहां का इन्वॉल्वमेंट है। और जिस तरह से आपने शुरुआत में जिक्र किया, एक बड़ा अभी टारगेट होगा पुलिस के लिए कि किस तरह से इनको अब आके जो है वो काबू किया जाए। जी देखिए, बिल्कुल गुरजोत, जितना संवेदनशील मामला है उतना ही सनसनीखेज मामला है और लेकिन पंजाब को एक बड़ी क्षति मिली है सिद्धू मूसेवाला के कत्ल के बाद, क्योंकि हम उनके अंतिम संस्कार में मौजूद थे। पूरे गांव में मातम का माहौल था, हर कोई रो रहा था। हजारों की तादाद में जो है सिद्धू मूसेवाला के जो समर्थक हैं, उनके फैंस हैं, उनके गांव के लोग हैं, महिलाएं, बुजुर्ग वहां पे पहुंची थी और सबका ये कहना था कि ये कत्ल बहुत गलत हुआ है। एक होनहार सितारा था पंजाब का, जिसका पूरे देश में नाम था और न केवल भारत बल्कि विदेशों तक और पाकिस्तान तक सिद्धू मूसेवाला के गाने सुने जा रहे थे। उसका जिस तरह से बेरहमी से कत्ल किया गया, वो बात किसी को भी पच नहीं रही थी और हर शख्स उस बात से नाराज था कि जो दोषी हैं, जो आरोपी हैं, वो जल्द से जल्द सलाखों के पीछे पहुंचे। और उसी में दिल्ली पुलिस को सफलता मिली। दिल्ली पुलिस ने लगातार शूटर्स को गिरफ्तार किया, उनके एसोसिएट्स को गिरफ्तार किया, लेकिन अभी भी गुरजोत 3 महत्वपूर्ण जो शूटर्स हैं, दीपक मुंडी, इसके अलावा जगरूप रूपा और मनप्रीत मानू, ये अब तक पुलिस की गिरफ्त से बाहर है और 6 राज्यों की पुलिस सरगर्मी से इन 3 शूटर्स की तलाश कर रही है। हालांकि गोल्डी बराड़ ने पहले ही अपने मैसेज के जरिए ये जिम्मेदारी ले ली थी कि इसके पीछे गोल्डी बराड़ है और हमने वो ट्रांसक्रिप्ट भी चलाई थी पूरी, जिसमें कन्वर्सेशन था शूटर्स के साथ गोल्डी बराड़ का 28 तारीख से लेके 29 तारीख, 30 तारीख, 1, 2, 4, 8 और 14 तारीख का, जिसमें गोल्डी बराड़ किस तरह से आदेश दे रहा है शूटर्स को कि कहां पे मानसा पहुंचे और किस तरह से ट्रैप करना है सिद्धू मूसेवाला को और उनकी हत्या करना है। जी बिल्कुल बिल्कुल आनंद, और जिस तरह से आपने भी जिक्र किया, एक बहुत बड़ा क्लू है, बहुत बड़ा सबूत यहाँ पर पुलिस के हाथ लगा है, क्योंकि वो पुष्टि भी कर रहे हैं। बहुत बहुत शुक्रिया तमाम बातचीत के लिए, धन्यवाद आनंद।
ਸੋ ਸਿੱਧੇ ਤੌਰ ਤੇ ਜੇਕਰ ਇਸ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਵੱਡਾ ਕਬੂਲਨਾਮਾ ਗੋਲਡੀ ਬਰਾੜ ਦਾ ਨਿਊਜ਼ 18 ਤੇ ਇਹ ਖੁਦ ਕਬੂਲਨਾਮਾ ਕੀਤਾ ਗਿਆ। ਇੱਕ ਵੀਡੀਓ ਬਕਾਇਦਾ ਜਾਣਕਾਰੀ ਦਿੱਤੀ ਗਈ, ਉਸ ਨੂੰ ਜਨਤਕ ਕੀਤਾ ਗਿਆ, ਉਸ ਨੂੰ ਚੈਨਲ ਨੂੰ ਦਿੱਤਾ ਗਿਆ ਔਰ ਉਸ ਤੋਂ ਬਾਅਦ ਹੁਣ ਇਹ ਖੁਲਾਸਾ ਅਸੀਂ ਦਰਸ਼ਕਾਂ ਤੱਕ ਇੱਕ ਇੱਕ ਹਿੱਸਾ ਕਰਕੇ ਪਹੁੰਚਾ ਰਹੇ ਹਾਂ। ਸ਼ੁਰੂਆਤ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਕਤਲ ਕਿਉਂ ਹੋਇਆ, ਸ਼ੁਰੂਆਤ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਸਾਡੇ ਦੋ ਭਰਾਵਾਂ ਦਾ ਜੋ ਨੁਕਸਾਨ ਹੋਇਆ ਉਸ ਦੇ ਵਜ੍ਹਾ ਕਰਕੇ ਤੇ ਹੋਰ ਬਹੁਤ ਸਾਰੇ ਕਾਰਨ ਸੀਗੇ ਜਿਸ ਕਰਕੇ ਕਤਲ ਦੀ ਵਜ੍ਹਾ ਇਹ ਬਣੀ ਹੈ। ਸੋ ਹੋਰ ਅੱਗੇ ਤੋਂ ਅੱਗੇ ਵੱਡੇ ਖੁਲਾਸੇ। ਸੋ ਲਗਾਤਾਰ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਬਣੇ ਰਹੋ, ਪਰ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਸੀ। ਮੈਨੂੰ ਯਾਰੀ ਗੁਰਜੋਤ ਸੰਧੂ ਨੂੰ ਵੀ ਦਿਓ ਇਜਾਜ਼ਤ। ਧੰਨਵਾਦ। ਮੇਰਾ ਨਾਮ ਗੋਲਡੀ ਬਰਾੜ ਹੈ।